ਸੋ ਬਿਜ਼ਨਸ ਉੱਤੇ? ਵਨ ਥਿੰਗ ਇਜ਼ ਕਿ ਬਿਜ਼ਨਸ ਜਿਹੜਾ ਵਾ ਉਹ ਬਹੁਤ ਸੈਕਰੀਫਾਈਸ ਡਿਮਾਂਡ ਕਰਦਾ ਹੈ ਤੁਹਾਡੇ ਤੋਂ, ਠੀਕ ਹੈ। ਜੇ ਤੁਸੀਂ ਰੈਡੀ ਹੋ ਤਾਂ ਹੀ ਬਿਜ਼ਨਸ ਕਰੋ, ਨਹੀਂ ਤੇ ਯੂ ਸ਼ੁੱਡ ਡੈਫੀਨੇਟਲੀ ਗੋ ਫॉर ਜੌਬ। ਤੁਸੀਂ ਜੇ ਮੈਂਟਲੀ ਸਟਰੋਂਗ ਨਹੀਂ ਹੈਗੇ ਤੇ ਤੁਹਾਨੂੰ ਬਿਜ਼ਨਸ ਜਿਹੜਾ ਉਹ ਨਹੀਂ ਕਰਨਾ ਚਾਹੀਦਾ, ਕਿਉਂਕਿ ਬਿਜ਼ਨਸ ਜਿਹੜਾ ਵਾ ਉਹ ਮੈਂਟਲੀ ਸਟਰੋਂਗ ਹੋਣਾ ਉਹਦੇ ਲਈ ਬਹੁਤ ਜ਼ਰੂਰੀ ਆ। ਆਪਣੇ ਪੇਰੈਂਟਸ ਨਾਲ ਹੀ ਅਸੀਂ ਜਿਹੜਾ ਵਾ ਸਾਡਾ ਆਪਣੇ ਘਰ ਨਾਲ ਹੀ ਘਰ ਹੀ ਕੰਪੈਰੀਜ਼ਨ ਚੱਲੀ ਜਾ ਰਿਹਾ, ਬੈਕ ਆਫ ਦਾ ਮਾਈਂਡ ਸਾਨੂੰ ਪਤਾ ਵੀ ਨਹੀਂ ਆ, ਸਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਇਹ ਚੀਜ਼ਾਂ ਚੱਲਦੀਆਂ ਕਿ ਜਿੱਦਾਂ ਜਿੱਥੇ ਅਸੀਂ ਖੜੇ ਆ ਇੱਥੋਂ ਹੀ ਸ਼ੁਰੂ ਕਰਨਾ। ਅਸੀਂ ਉੱਥੋਂ ਨਹੀਂ ਸ਼ੁਰੂ ਕਰਨਾ, ਅਸੀਂ ਪੜ੍ਹਾਈ ਕਰਨ ਤੋਂ ਬਾਅਦ ਜ਼ੀਰੋ ਤੋਂ ਸ਼ੁਰੂ ਕਰਨਾ। ਵੈਲਕਮ ਟੂ ਪੰਜਾਬੀ ਮੀਡੀਅਮ ਪੋਡਕਾਸਟ। ਅੱਜ ਸਾਡੇ ਨਾਲ ਨੇ ਵੂਮਨ ਐਂਟਰਪ੍ਰੀਨਿਓਰ ਜਿਨ੍ਹਾਂ ਦਾ ਪੰਜਾਬ ਵਿੱਚ ਕਾਫੀ ਨਾਮ ਹੈ ਅਤੇ ਉਹਨਾਂ ਦੀ ਕੰਪਨੀ ਸਿੰਪਾ ਕੁਆਰਟਸ ਦੇ ਉਹ CEO ਨੇ। ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਮੈਮ ਤੁਹਾਡਾ? ਬਹੁਤ ਵਧੀਆ। ਬਹੁਤ ਥੈਂਕ ਯੂ ਤੁਹਾਡਾ ਮੈਮ ਆਪਣਾ ਟਾਈਮ ਦੇਣ ਲਈ। ਥੈਂਕ ਯੂ ਜੀ, ਥੈਂਕ ਯੂ। ਠੀਕ ਹੈ ਮੈਮ, ਤੁਹਾਡਾ ਫਾਰਮੈਟ ਹੈ ਥੋੜਾ ਅਨਫਿਲਟਰਡ ਹੈ, ਠੀਕ ਹੈ, ਤੇ ਫਿਲਟਰ ਹਟਾ ਕੇ ਅਸੀਂ ਗੱਲ ਕਰਾਂਗੇ, ਠੀਕ ਹੈ। ਤੇ ਫਸਟ ਆਫ ਆਲ ਅਸੀਂ ਮੈਮ ਵਿੱਚ ਰਹੇਗਾ ਤੁਹਾਡੇ ਲਾਈਫ ਬਾਰੇ ਥੋੜੀ ਗੱਲ ਕਰਾਂਗੇ, ਇਫ ਯੂ ਆਰ ਕੰਫਰਟੇਬਲ। ਤੁਹਾਡੇ ਗੋਲਸ ਕੀ ਤੁਸੀਂ ਕਰ ਰਹੇ ਹੋ, ਤੁਸੀਂ ਐਜੂਕੇਸ਼ਨ ਪ੍ਰੋਵਾਈਡ ਕਰ ਰਹੇ ਹੋ, ਜਿੱਥੇ ਤੱਕ ਮੈਂ ਦੇਖਿਆ ਕਾਫੀ ਰੂਰਲ ਏਰੀਆਸ 'ਚ, ਇਸਲਾਮ ਏਰੀਆਸ 'ਚ ਬੱਚਿਆਂ ਨੂੰ ਓਪਰਚੁਨਿਟੀਜ਼ ਦੇ ਰਹੇ ਹੋ। ਤੇ ਮੈਮ ਥੈਂਕ ਯੂ ਆਪਣਾ ਟਾਈਮ ਲਈ। ਤੇ ਹੁਣ ਸਟਾਰਟ ਕਰਦੇ ਹਾਂ। ਫਸਟ ਆਫ ਆਲ ਸਿੰਪਾ ਕੁਆਰਟਸ ਕੀ ਹੈ ਮੈਮ? ਸੋ ਸਿੰਪਾ ਕੁਆਰਟਸ ਸਾਡੀ IT ਐਂਡ ਡਿਜੀਟਲ ਮਾਰਕੀਟਿੰਗ ਕੰਪਨੀ ਆ, ਤੇ ਦਿਸ ਇਜ਼ ਪੰਜਾਬਸ ਫਰਸਟ IT ਕੰਪਨੀ ਫਰੋਮ ਅ ਵਿਲੇਜ। ਸੋ ਅਸੀਂ ਲਾਸਟ ਈਅਰ ਪ੍ਰਾਈਮ ਮਿਨਿਸਟਰ ਨੇ ਵੀ ਸਾਨੂੰ ਰੈਕਗਨਾਈਜ਼ ਕੀਤਾ ਸੀ, ਤੇ ਬਹੁਤ ਸਾਰੀਆਂ ਸਟੇਜਸ ਤੇ ਅਸੀਂ ਹੁਣ ਤੱਕ ਰੈਕਗਨਾਈਜ਼ ਹੋ ਚੁੱਕੇ ਹਾਂ, ਬਿਕੋਜ਼ ਦਿਸ ਇਜ਼ ਅ ਯੂਨੀਕ ਬਿਜ਼ਨਸ ਮਾਡਲ ਕਿ ਜਿੱਥੇ ਅਸੀਂ ਵਾਈਟ ਕਾਲਰ ਜੌਬਸ ਜਨਰੇਟ ਕਰ ਰਹੇ ਹਾਂ ਪਿੰਡਾਂ ਦੇ ਵਿੱਚ। ਸੋ ਨੋਰਮਲੀ ਅਸੀਂ ਇਹ ਨਹੀਂ ਦੇਖ ਪਾਉਂਦੇ ਕਿ ਪਿੰਡ ਦੇ ਵਿੱਚ ਕੋਈ ਵਾਕਿੰਗ ਡਿਸਟੈਂਸ 'ਤੇ ਜਾ ਰਿਹਾ ਤੇ ਉਹਨੂੰ 50,000 ਸੈਲਰੀ ਮਿਲ ਰਹੀ ਹੈ, ਬਟ ਅਸੀਂ ਇਹ ਕਰਕੇ ਦਿਖਾਇਆ ਪੰਜਾਬ ਦੇ ਵਿੱਚ ਕਿ ਤੁਸੀਂ ਲੋਕਲੀ ਹੀ ਅੱਛੀ ਜੌਬ ਜਿਹੜੀ ਆ ਉਹ ਲੈ ਸਕਦੇ ਹੋ, ਆਪਣਾ ਲਿਵਿੰਗ ਸਟੈਂਡਰਡ ਜਿਹੜਾ ਉਹ ਬੈਟਰ ਕਰ ਸਕਦੇ ਹੋ, ਐਂਡ ਐਕਸਪੋਜ਼ਰ ਜਿਹੜਾ ਵਾ ਉਹ ਛੋਟੇ ਜਿਹੇ ਪਿੰਡ ਤੋਂ ਵੀ ਲੈ ਸਕਦੇ ਹੋ। ਤੁਸੀਂ ਆਪ ਕਿਹੜੇ ਪਿੰਡ ਤੋਂ ਮੈਮ? ਮੇਰਾ ਪਿੰਡ ਟਾਂਗਰਾ ਹੈ। ਟਾਂਗਰਾ। ਤੇ ਟਾਂਗਰਾ 'ਚ ਹੀ ਤੁਸੀਂ ਕੰਪਨੀ ਖੋਲੀ? ਹਾਂਜੀ ਹਾਂਜੀ। ਤੇ ਤੁਹਾਨੂੰ ਲੱਗਦਾ ਪਿੰਡਾਂ ਦੇ ਬੱਚੇ ਇੰਨੀ ਛੇਤੀ ਕਾਬੂ ਆਉਂਦੇ ਆ? ਹਾਂ, ਮੈਂ ਖੁਦ ਕਾਬੂ ਆਈ ਹੋਈ ਆ। ਸੋ ਪਿੰਡਾਂ ਵਾਲੇ ਵੀ ਕਾਬੂ ਆ ਜਾਂਦੇ। ਸੋ ਪਿੰਡਾਂ ਦੇ ਬੱਚਿਆਂ 'ਚ ਵੀ ਦੇ ਹੈਵ ਲੋਟ ਆਫ એનર્ਜੀ, ਤੇ ਕਿਤੇ ਨਾ ਕਿਤੇ ਉਹਨਾਂ ਨੂੰ ਗਾਈਡੈਂਸ ਦੀ ਜਿਹੜੀ ਆ ਕਮੀ ਰਹਿ ਜਾਂਦੀ ਹੈ। ਸੋ ਮੈਨੂੰ ਲੱਗਦਾ ਹੈ ਕਿ ਆਈ ਐਮ ਏਬਲ ਟੂ ਗਾਈਡ ਦੈਮ ਬੈਟਰ। ਆਲਮੋਸਟ 25% ਜਿਹੜੀ ਸਾਡੀ ਪਰਸੈਂਟੇਜ ਆ EMPLOYEES ਦੀ ਉਹ ਵਿਦਿਨ 15 ਕਿਲੋਮੀਟਰਸ ਏਰੀਆ। ਸੋ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਲੋਕਲ ਤੋਂ ਲੋਕਲ ਨੂੰ ਫਸਟ ਪ੍ਰੈਫਰੈਂਸ ਦੇ ਕੇ ਉਹਨਾਂ ਨੂੰ ਜਿਹੜੀ ਆ ਉਹ ਇੱਥੇ ਜੌਬ ਦਈਏ, ਬਿਕੋਜ਼ ਤਾਂ ਹੀ ਸਾਡਾ ਫਾਇਦਾ ਇੱਥੇ ਖੋਲ੍ਹਣ ਦਾ ਜੇ ਅਸੀਂ ਲੋਕਲ ਜੌਬ ਜਨਰੇਟ ਕਰਦੇ ਤੇ। ਰਾਈਟ ਰਾਈਟ ਮੈਮ, ਤੁਹਾਡੇ ਤੋਂ ਟੀਚਰ ਵਾਲੀ ਵਾਈਬ ਆਉਂਦੀ ਹੈ, ਸਟੂਡੈਂਟਸ ਕਹਿੰਦੇ ਨਹੀਂ? ਹਾਂ, ਤੁਸੀਂ ਤਾਂ ਕਹਿ ਹੀ ਰਹੇ ਮੈਨੂੰ ਕਿ ਤੁਹਾਡੇ ਤੋਂ ਅਨਫਿਲਟਰਡ ਇੰਟਰਵਿਊ ਕਰਨੀ, ਬਟ ਆਈ ਐਮ ਕੁਆਇਟ ਅ ਸੀਰੀਅਸ ਮੈਮ। ਕੋਈ ਵੈਸੇ ਤਾਂ ਨਹੀਂ ਕੋਈ ਡਰ ਵਾਲੀ ਗੱਲ ਤਾਂ ਨਹੀਂ ਹੈ ਨਾ? ਨਾ, ਖੁੱਲ ਕੇ ਗੱਲ ਕਰੋਗੇ ਨਾ? ਹਾਂਜੀ ਠੀਕ ਹੈ। ਤੇ ਮੈਮ ਬੱਚੇ ਕਹਿੰਦੇ ਬਾਹਰ ਜਾਣਾ, ਫਿਰ ਉਹਨਾਂ ਨੂੰ ਕਿੱਦਾਂ ਟੈਕਲ ਕਰਦੇ ਹੋ? ਕਿ ਪੇਰੈਂਟਸ ਨਾਲ ਗੱਲਬਾਤ ਹੁੰਦੀ ਉਹਨਾਂ ਦੇ? ਹਾਂਜੀ, ਬਹੁਤ ਸਾਰੇ ਪੇਰੈਂਟਸ ਮੇਰੇ ਕੋਲ ਬੱਚੇ ਨੂੰ ਲੈ ਕੇ ਆਉਂਦੇ ਨੇ, ਕਾਉਂਸਲਿੰਗ ਕਰਦੀ ਇੱਥੇ ਮੈਂ। ਜਿਸ ਹਿਸਾਬ ਨਾਲ ਕਾਉਂਸਲਿੰਗ ਜਿਹੜੀ ਆ ਉਹ ਲੋਕ ਲੈਣਾ ਚਾਹੁੰਦੇ ਨੇ, ਮੈਨੂੰ ਲੱਗਦਾ ਕਿ ਉਹ ਪਰਚੀ ਸਿਸਟਮ ਰੱਖ ਦੇਣਾ ਚਾਹੀਦਾ ਬਾਹਰ। ਇਟਸ ਲਾਈਕ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਹਜ਼ਾਰਾਂ ਹੀ ਫੈਮਲੀਜ਼ ਆ ਕਿ ਜਿਹੜੀਆਂ ਚਾਹੁੰਦੀਆਂ ਕਿ ਉਹਨਾਂ ਦੇ ਬੱਚਿਆਂ ਨੂੰ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਮੈਂ ਕਿਤੇ ਨਾ ਕਿਤੇ ਕਾਉਂਸਲਿੰਗ ਕਰਾਂ। ਸੋ ਕਾਉਂਸਲਿੰਗ ਮੈਂ ਕਰਦੀ ਰਹਿੰਦੀ ਹਾਂ। ਸੋ ਮੈਂ ਤਾਂ ਇਹ ਕਹਿੰਦੀ ਕਿ ਤੁਸੀਂ ਪੜ੍ਹ ਕੇ ਜਾਓ, ਤੇ ਜੇ ਜਾਣਾ ਵੀ ਆ ਤੇ ਉੱਥੇ ਕੋਈ ਅੱਛੀ ਜੌਬ ਕਰੋ, ਕਾਰੋਬਾਰ ਕਰੋ, ਤੇ ਅਰਨ ਕਰਕੇ ਵਾਪਸ ਪੰਜਾਬ 'ਚ ਇਨਵੈਸਟ ਕਰੋ। ਸਿਰਫ ਮੈਂ ਇਸ ਚੀਜ਼ 'ਚ ਜ਼ਿਆਦਾ ਬਿਲੀਵ ਨਹੀਂ ਕਰਦੀ ਕਿ ਤੁਸੀਂ ਸਾਰਾ ਕੁਝ ਇੱਥੋਂ ਵੇਚ ਕੇ ਤੇ ਫਿਰ ਉੱਥੇ ਜਾ ਕੇ ਸੈਟਲ ਹੋ ਜਾਓ ਤੇ ਬਾਅਦ 'ਚੋਂ ਪਿੱਛੇ ਕਦੇ। ਬਟ ਮੈਮ ਟ੍ਰੈਂਡ ਹੈ, ਫਿਰ ਉਹਨੂੰ ਕਿਸ ਤਰ੍ਹਾਂ ਰੋਕ ਸਕਦੇ ਹੋ? ਹਾਂ, ਸੋ ਟ੍ਰੈਂਡ ਨੂੰ ਮੈਂ ਨਹੀਂ ਰੋਕ ਸਕਦੀ, ਮੈਂ ਸਿਰਫ ਉਹਨਾਂ ਨੂੰ ਰੋਕ ਸਕਦੀ ਹਾਂ ਕਿ ਇਮੀਗ੍ਰੇਸ਼ਨ ਵਾਲੇ ਕਹਿ ਦੇਣਗੇ ਫਿਰ ਇਹ ਕੀ ਕਰਦੇ ਫਿਰ? ਹਾਂ, ਉਹ ਤੇ ਅੱਗੇ ਬੜੇ ਮੈਨੂੰ ਮੇਰੇ ਨਾਲ, ਪਰ ਬਹੁਤ ਸਾਰੇ ਇਮੀਗ੍ਰੇਸ਼ਨ ਵਾਲੇ ਜਿਹੜੇ ਉਹ ਮੇਰੇ ਫਰੈਂਡਸ ਵੀ ਆ, ਸਪੋਰਟ 'ਚ ਵੀ ਹੈ। ਹਾਂ, ਨਹੀਂ ਬਹੁਤ ਸਾਰੇ ਫਰੈਂਡਸ ਨੇ। ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬਾਹਰ ਜਾਣ ਦੇ ਮੈਂ ਅਗੇਂਸਟ ਨਹੀਂ ਆ, ਬਟ ਇਹ ਹੈ ਕਿ ਬਾਹਰ ਜਾ ਕੇ ਤੁਸੀਂ ਪੜ੍ਹ ਕੇ ਵਾਪਸ ਆਓ। ਸਾਡੇ ਜਿੱਦਾਂ ਡਾਕਟਰ ਮਨਮੋਹਨ ਸਿੰਘ ਆ, ਅਬਦੁਲ APJ ਕਲਾਮ ਆ, ਬੈਸਟ ਆਫ ਦੀ ਪਲੇਅਰਸ ਆ, ਉਹਨਾਂ ਨੇ ਵੀ ਟ੍ਰੇਨਿੰਗਸ ਲਈਆਂ ਬਾਹਰ, ਬਟ ਦੇਖੋ ਕਿ ਉਹ ਉਹਨਾਂ ਦੇ ਜਿਹੜੇ ਕੋਚ ਆ ਉਹ ਵੀ ਕਿਸੇ ਦਾ ਆਸਟ੍ਰੇਲੀਅਨ ਕੋਚ ਆ, ਕਿਸੇ ਦਾ ਕੋਚ ਆ। ਸੋ ਤੁਸੀਂ ਐਕਸਪੋਜ਼ਰ ਜ਼ਰੂਰ ਲਓ, ਬਟ ਜਿਹੜੀ ਤੁਹਾਡੀ ਇਕਨੋਮਿਕ ਐਕਟੀਵਿਟੀ ਆ, ਜਿਹੜੀ ਤੁਸੀਂ ਇਨਵੈਸਟਮੈਂਟ ਕਰਨੀ ਆ, ਜਿਹੜਾ ਤੁਸੀਂ ਘਰ ਬਣਾਉਣਾ ਹੈ, ਪੈਸੇ ਜੋੜਨੇ ਆ, ਜਾਂ ਫਿਰ ਆਪਾਂ ਖਰੀਦਦਾਰੀ ਕਰਨੀ ਆ, ਉਹ ਸਾਰਾ ਮੈਨੂੰ ਲੱਗਦਾ ਕਿ ਸਾਡੇ ਆਪਣੇ
ਪੰਜਾਬ ਨੂੰ ਜਿਹੜੀ ਉਹ ਤਰਜੀਹ ਦੇਣੀ ਚਾਹੀਦੀ। ਪਹਿਲਾਂ ਵੀ ਲੋਕ ਇਦਾਂ ਹੀ ਕਰਦੇ ਸੀ, ਉਹ ਬਾਹਰ ਜਾਂਦੇ ਸੀ, ਕਮਾਈਆਂ ਕਰਦੇ ਸੀ ਤੇ ਵਾਪਸ ਇੱਥੇ ਜਿਹੜਾ ਉਹ ਲੈ ਕੇ ਆਉਂਦੇ ਸੀ। ਠੀਕ ਹੈ, ਸੋ ਅਸੀਂ ਇੱਥੋਂ ਆਪਣੇ ਕਿੱਲਿਆਂ ਦੇ ਕਿੱਲੇ ਵੇਚ ਕੇ ਨਾ ਜਾਈਏ, ਸਗੋਂ ਕਮਾ ਕੇ ਇੱਥੇ ਆਪਣੀ ਜਾਇਦਾਦ ਬਣਾਈਏ, ਇੱਥੇ ਲੋਕਾਂ ਲਈ ਰੁਜ਼ਗਾਰ ਪੈਦਾ ਕਰੀਏ ਤੇ ਜਿਹੜੇ ਨਹੀਂ ਜਾ ਸਕਦੇ ਉਹਨਾਂ ਦੀ ਜਿਹੜੀ ਆ ਉਹ ਅਸੀਂ ਹੈਲਪ ਕਰੀਏ। ਠੀਕ ਹੈ, ਤੁਹਾਡਾ ਆਪਣਾ ਦਿਲ ਕੀਤਾ ਕਦੇ ਬਾਹਰ ਜਾਣ ਦਾ ਕਿ ਘੁੰਮਣ ਵਗੈਰਾ ਜਾਂਦੇ? ਹਾਂ, ਮੈਂ ਤੇ ਘੁੰਮਦੀ ਰਹਿੰਦੀ ਹਾਂ। ਆਈ ਹੈਵ ਬੀਨ ਟੂ ਯੂਨਾਈਟਿਡ ਸਟੇਟਸ ਮੈਨੀ ਟਾਈਮਸ, ਮੋਰ ਦੈਨ 10 ਟਾਈਮਸ ਆਈ ਹੈਵ ਬੀਨ ਦੇਅਰ। ਤੇ ਦੁਬਈ ਗਈ ਹਾਂ ਮੈਂ, ਹੁਣ ਆਉਣ ਵਾਲੇ ਸਮੇਂ 'ਚ ਮੈਂ ਕਾਫੀ ਕੰਟਰੀਜ਼ ਵਿਜ਼ਿਟ ਕਰਨ ਵਾਲੀ ਹਾਂ। ਸੋ ਮੈਂ 1-2 ਸਾਲ ਬ੍ਰੇਕ ਲਈ ਸੀ ਤੇ ਬਟ ਇਹ ਕਿ ਮੈਂ ਖੁਦ ਵੀ ਗਲੋਬਲ ਟਰੈਵਲ ਕਰਾਂਗੀ ਤੇ ਨਾਲ ਅੱਛਾ, ਤੁਸੀਂ ਲੱਗਦਾ ਟਰੈਵਲਿੰਗ ਵੱਲ ਜ਼ਿਆਦਾ ਫੋਕਸ ਕਰ ਰਹੇ ਹੋ ਨੇ ਕਿ ਬਿਜ਼ਨਸ ਓਪਰਚੁਨਿਟੀ ਵੱਲ ਕਰ ਰਹੇ ਹੋ? ਦੋਨੋਂ, ਮਤਲਬ ਕਿ ਟਰੈਵਲ ਨਾਲ ਹਾਂਜੀ, ਟਰੈਵਲ ਨਾਲ ਤੁਹਾਡਾ ਬਿਜ਼ਨਸ ਵੀ ਵੱਧਦਾ ਹੈ, ਐਕਸਪੋਜ਼ਰ ਵੀ ਹੁੰਦਾ ਹੈ, ਤੁਸੀਂ ਲਰਨ ਵੀ ਕਰਦੇ ਹੋ ਤੇ ਕਿਤੇ ਨਾ ਕਿਤੇ ਮੇਰਾ ਜਿਹੜਾ ਮੇਨ ਮਕਸਦ ਹੈ ਉਹ ਟਰੈਵਲ ਦਾ ਬਿਜ਼ਨਸ ਵੀ ਰਹੇਗਾ। ਪਲੱਸ ਮੈਂ ਪੰਜਾਬੀ ਕਮਿਊਨਿਟੀ ਜਿਹੜੀ ਗਲੋਬਲ ਕਮਿਊਨਿਟੀ ਆ ਉਹਨਾਂ ਨੂੰ ਆਪਣੇ ਪੰਜਾਬ ਨਾਲ ਕਿੱਦਾਂ ਕਨੈਕਟ ਕਰਨਾ ਹੈ ਉਹਦੇ ਤੇ ਕੰਮ ਕਰਾਂਗੀ। ਬਹੁਤ ਸਾਰੇ ਇਵੈਂਟਸ ਲੈ ਕੇ ਆਵਾਂਗੀ, ਆਨਲਾਈਨ ਆਫਲਾਈਨ, ਕਿ ਅਸੀਂ NRIs ਨਾਲ ਕਿੱਦਾਂ ਸੇਮ ਪਲੇਟਫਾਰਮ ਤੇ ਜਿਹੜੀ ਹੋਰ ਡਿਸਕਸ਼ਨ ਕਰ ਸਕਦੇ ਹਾਂ ਤੇ ਕਿਵੇਂ ਉਧਰ ਦੇ ਬੱਚਿਆਂ ਨੂੰ ਇੱਧਰ ਜੋੜਿਆ ਜਾਵੇ ਤੇ ਇੱਧਰ ਦੇ ਬੱਚਿਆਂ ਨੂੰ ਉਧਰ ਜੋੜਿਆ ਜਾਵੇ, ਤਾਂ ਕਿ ਅਸੀਂ ਬੈਟਰ ਬਿਜ਼ਨਸ ਕਰ ਸਕੀਏ ਤੇ ਬੈਟਰ ਆਪਣੇ ਕਲਚਰ ਨੂੰ ਜਿਹੜਾ ਵਾ ਅੰਡਰਸਟੈਂਡ ਕਰ ਸਕੀਏ। ਮੈਮ ਇੱਕ ਚੀਜ਼ ਮੈਂ ਸੁਣੀ ਹੈ, ਬੱਚੇ ਕਹਿੰਦੇ ਆ, ਪੇਰੈਂਟਸ ਵੀ ਕਹਿੰਦੇ ਆ ਇੱਥੇ ਓਪਰਚੁਨਿਟੀਜ਼ ਨਹੀਂ ਹੈ, ਕਿ ਅਸੀਂ ਲੈਕ ਆਫ ਐਜੂਕੇਸ਼ਨ ਵੀ ਹੈ ਕਿਤੇ। ਜਿਵੇਂ ਕੁਝ ਬਾਹਰ ਅਸੀਂ ਆਊਟ ਆਫ ਪੰਜਾਬ ਅਸੀਂ ਕਹਿ ਲਈਏ, ਆਪਣੇ ਬਾਰਡਰ ਅਤੇ ਸਟੇਟਸ ਦੀ ਕਹਿ ਲਈਏ, ਦਿੱਲੀ, UP, IAS ਬਣਨਾ ਹੈ, IPS ਦੀ ਕਰਨਾ ਹੈ, UPSC ਕਰੈਕ ਕਰਨਾ ਹੈ, ਟ੍ਰੈਂਡ ਨਹੀਂ ਹੈਵਾ, ਐਕਚੁਅਲੀ ਜਜ਼ਬਾ ਉਹਨਾਂ ਦਾ, ਪੈਸ਼ਨੇਟ ਹੈ, ਬਟ ਇੱਥੇ ਆਇਲਸ ਕਰਨੀ ਕਿ ਅਸੀਂ ਆਇਲਸ ਨੂੰ IAS ਦਾ ਕੰਪੇਅਰ ਕਰਤਾ, ਕਿਉਂਕਿ IAS ਤੇ ਹੁਣ ਬਹੁਤ ਵੱਡੀ ਚੀਜ਼ ਹੈ। ਹਾਂਜੀ ਹਾਂ, ਕਿਉਂਕਿ ਸਮਾਲ ਆਇਲਸ ਜਸਟ ਇੰਗਲਿਸ਼ ਟੈਸਟ ਤੁਸੀਂ ਇੰਨਾ ਵੱਡਾ ਤਜਰਬਾ ਜੀ। ਪੰਜਾਬ ਦੇ ਲੋਕ ਜਿਹੜੇ ਉਹ ਮੈਜੋਰਿਟੀ, ਮੈਂ ਪਹਿਲੇ ਮਿਥ ਤੋੜਨਾ ਤੁਸੀਂ ਕਿਸੇ ਤਰੀਕੇ, ਪੰਜਾਬ ਦੇ ਬੱਚੇ ਮੈਜੋਰਿਟੀ 70% ਜਿਹੜੇ ਉਹ ਪਿੰਡਾਂ 'ਚ ਹੀ ਰਹਿੰਦੇ ਨੇ, ਬਹੁਤ ਭੋਲੇ ਪਰਿਵਾਰ ਨੇ, ਬਹੁਤ ਨਾਈਸ ਨੇ ਤੇ ਉਹ ਵਾਕਈ ਜਦੋਂ ਬੱਚੇ ਕਹਿੰਦੇ ਕਿ ਆਇਲਸ ਹੀ ਇੱਕ ਮੇਨ ਐਗਜ਼ਾਮ ਹੈਗਾ ਤੇ ਉਹ ਇਹੀ ਸਮਝਦੇ ਕਿ ਹਾਂ ਇਹ ਕੋਈ ਡਿਗਰੀ ਆ, ਉਹਨਾਂ ਨੂੰ ਸਪੋਰਟ ਕਰਦੇ ਆ ਕਿ ਤੁਸੀਂ ਸਾਲ ਲਾ ਕੇ ਇਹਨੂੰ ਕਲੀਅਰ ਕਰੋ। ਤੇ ਮੈਨੂੰ ਲੱਗਦਾ ਕਿ ਇੱਥੇ ਅਸੀਂ ਕਾਫੀ ਗਲਤ ਜਿਹੜਾ ਵਾ ਉਹ ਰਸਤਾ ਫੜ ਲਿਆ, ਜਿੱਥੇ ਅਸੀਂ 12ਵੀਂ ਤੋਂ ਬਾਅਦ ਆਪਣੀ ਐਜੂਕੇਸ਼ਨ ਛੱਡ ਦਿੰਦੇ ਹਾਂ। ਹੁਣ ਦੇਖੋ ਬਹੁਤ ਸਾਰੇ ਕਾਲਜਿਸ ਆ ਜਿਹੜੇ ਖਾਲੀ ਪਏ ਨੇ, ਐਡਮਿਸ਼ਨਸ ਨਹੀਂ ਹੋ ਰਹੀਆਂ। ਸੋ ਸਾਨੂੰ ਜਿਹੜਾ ਪੜ੍ਹਾਈ ਕੰਪਲੀਟ ਕਰਨੀ ਬਹੁਤ ਜ਼ਰੂਰੀ ਆ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਡੇ ਜਿਹੜੇ ਬੈਸਟ ਆਫ ਦ ਲੋਕ ਜਿਹੜੇ ਹਨਾ, ਫੇਮਸ ਤੋਂ ਫੇਮਸ ਵੀ ਇੰਡੀਆ ਦੇ ਕਾਲਜਿਸ ਤੋਂ ਹੀ ਪੜ੍ਹੇ ਆ ਤੇ ਇੰਡੀਆ ਦੇ ਕਾਲਜਿਸ ਤੋਂ ਪੜ੍ਹ ਕੇ ਗੂਗਲ, ਵਰਲਡ ਬੈਂਕ, ਪੈਪਸੀ, ਬੈਸਟ ਆਫ ਦੀ ਕੰਪਨੀਜ਼ ਦੇ ਵਿੱਚ ਜਿਹੜਾ ਵਾ ਉਹ CEO ਤੱਕ ਲੱਗ ਗਏ ਆ। ਠੀਕ ਹੈ, ਸੋ ਇੰਡੀਆ ਦੀ ਐਜੂਕੇਸ਼ਨ ਜਿਹੜੀ ਆ ਉਹਨੂੰ ਮੈਂ ਉਹਦਾ ਸਟੈਂਡਰਡ ਮੈਂ ਘੱਟ ਨਹੀਂ ਕਹਿੰਦੀ, ਬਸ ਇਹ ਹੈ ਕਿ ਜਦੋਂ ਸਾਨੂੰ ਖੁਦ ਨੂੰ ਹੀ ਪੰਜਾਬੀ ਇੰਗਲਿਸ਼ ਪੜ੍ਹਨੀ ਆ ਗਈ ਆ ਤੇ ਫਿਰ ਅਸੀਂ ਖੁਦ ਵੀ ਤੇ ਐਫਰਟ ਕਰੀ ਨਾ ਨੂੰ ਪੜ੍ਹਨ ਦਾ। ਹੁਣ ਅਸੀਂ ਵੀ ਤੇ ਲੋਕਲ ਸਕੂਲਾਂ 'ਚ ਹੀ ਪੜ੍ਹੇ ਆ, ਸਾਡੇ ਪੇਰੈਂਟਸ ਵੀ ਕੁਝ ਖਾਸ ਨਹੀਂ ਪੜ੍ਹੇ ਹੈਗੇ, ਸੋ ਆਪਾਂ ਖੁਦ ਐਫਰਟ ਲਾਵਾਂਗੇ ਤੇ ਜ਼ਰੂਰ ਆਪਾਂ ਐਜੂਕੇਸ਼ਨ ਆਪਣੀ ਇੰਡੀਆ 'ਚ ਵੀ ਕਾਫੀ ਓਪਰਚੁਨਿਟੀਜ਼ ਨੇ। ਐਡੂਟੈਕ ਕਾਫੀ ਬੂਮ ਕਰ ਰਿਹਾ ਹੈ। ਹਾਂਜੀ ਹਾਂ, ਐਡਟੈਕ ਕਾਫੀ ਬੂਮ ਕਰ ਰਿਹਾ, ਬਟ ਫਿਰ ਵੀ ਜਿਹੜੀ ਇਨ ਪਰਸਨ ਟੀਚਿੰਗ ਆ ਉਹਦੀ ਕੋਈ ਰੀਸ ਨਹੀਂ ਹੈਗੀ। ਬਟ ਨੌਲੇਜ ਲੈਣ ਲਈ ਤੁਸੀਂ ਦੇਖੋ ਕਿੰਨਾ ਈਜ਼ੀ ਹੋ ਗਿਆ, ਆਪਾਂ ਆਪਣੀ ਜਗ੍ਹਾ ਤੇ ਬੈਠ ਕੇ ਕੈਨੇਡਾ ਦੇ ਕਸਟਮਰ ਦਾ ਕੰਮ ਕਰ ਸਕਦੇ ਹਾਂ, US ਦੇ ਕਸਟਮਰ ਦਾ ਕੰਮ ਕਰ ਸਕਦੇ ਹਾਂ। ਹਾਂਜੀ ਹਾਂ, ਸੋ ਆਲਮੋਸਟ 80% ਕੰਮ ਤੇ ਸਾਡਾ ਅਬਰੋਡ ਹੀ ਹੈ। ਓਕੇ, ਤੇ ਮੈਮ ਡਿਫਰੈਂਸ ਕੀ ਹੈ ਬਾਹਰ ਵਰਕ ਕਲਚਰ ਦਾ ਤੇ ਇੰਡੀਆ 'ਚ? ਸੋ ਡਿਫਰੈਂਸ ਹੈ ਕਿ ਉੱਥੇ ਜ਼ਿਆਦਾ ਸੀਰੀਅਸਲੀ ਕਰਦੇ ਆ, ਇੱਥੇ ਥੋੜਾ ਘਰ ਵਾਲਾ ਮਾਹੌਲ ਬਣਾ ਲਈਦਾ ਸੀ, ਮੈਨੂੰ ਇਦਾਂ ਲੱਗਦਾ। ਐਕਚੁਅਲੀ ਹੈ ਨਾ, ਇੱਧਰ ਰਾਈਟ ਹੈ ਕਿ ਜ਼ਿਆਦਾ ਹੀ ਖੁੱਲ੍ਹ ਨਹੀਂ ਆਤੇ, ਕੁਝ ਜ਼ਿਆਦਾ ਇਮੋਸ਼ਨਲ ਅਸੀਂ ਰਹਿੰਦੇ ਹਾਂ। ਹਾਂਜੀ ਹਾਂ, ਬਾਹਰ ਬਿਜ਼ਨਸ ਰੂਲਸ ਹੁੰਦੇ ਨੇ ਪ੍ਰੋਪਰ। ਯੈਸ, ਉੱਥੇ ਜਦੋਂ ਅਸੀਂ ਕੰਮ ਕਰਦੇ ਤੇ 8 ਆਵਰਸ ਅਸੀਂ ਸੁਪਰ ਸੀਰੀਅਸ ਹੋ ਜਾਂਦੇ ਹਾਂ ਤੇ ਸਾਨੂੰ ਪੇ ਵੀ ਅੱਛੀ ਮਿਲਦੀ ਆ। ਮੈਨੂੰ ਲੱਗਦਾ ਕਿ ਇੱਥੇ ਵੀ ਜੇ ਆਪਾਂ 8 ਆਵਰਸ ਸੁਪਰ ਸੀਰੀਅਸ ਹੋਈਏ ਤੇ ਜ਼ਰੂਰ ਕੰਪਨੀ ਸਾਨੂੰ ਕੰਸੀਡਰ ਕਰੇਗੀ ਕਿ ਨਹੀਂ ਇਹ ਅੱਛਾ ਕੰਮ ਕਰ ਰਿਹਾ, ਇਹ ਵੈਲ ਪੇਡ ਹੋਣਾ ਚਾਹੀਦਾ। ਉੱਥੇ ਵਾਲਾ ਬੰਦਾ ਆਪਣੇ ਆਪ ਹੀ ਸਫਾਈ ਰੱਖਦਾ, ਠੀਕ ਹੈ, ਉਹੀ ਬੰਦਾ ਇੱਥੇ ਆ ਕੇ ਜਿਹੜਾ ਵਾ ਉਹ ਕਿਤੇ ਵੀ ਕਾਗਜ਼ ਜਿਹੜਾ ਵਾ ਉਹ ਸੁੱਟ ਦੇਗਾ। ਸੋ ਅਸੀਂ ਨਾ ਕੰਟਰੀ ਵੇਖ ਕੇ ਬਦਲ ਜਾਂਦੇ ਹਾਂ। ਇਸ ਚੀਜ਼ ਤੇ ਵੀ ਗੌਰ ਕਰਨ ਦੀ ਜ਼ਰੂਰਤ ਹੈ। ਉੱਥੇ ਭਾਵੇਂ ਸਾਰੇ ਇੱਕ ਦੂਜੇ ਨਾਲ ਹੰਬਲ ਬੋਲਣ, ਇੱਕ ਦੂਜੇ ਨੂੰ ਹੱਗ ਕਰਕੇ ਮਿਲਣ, ਠੀਕ ਹੈ, ਇੱਥੇ ਬੰਦੇ ਨੂੰ ਜਿਹੜਾ ਅਸੀਂ ਬੰਦਾ ਨਹੀਂ ਸਮਝਦੇ, ਠੀਕ ਹੈ, ਸਾਡੇ 'ਚ ਹਉਮੈ ਆ ਜਾਂਦੀ ਹੈ ਕਿ ਮੇਰੇ ਕੋਲ ਪਤਾ ਨਹੀਂ ਜ਼ਿਆਦਾ ਪੈਸਾ ਵਾ, ਜ਼ਿਆਦਾ ਰੁਤਬਾ ਵਾ। ਉੱਥੇ ਅਸੀਂ ਗੇਟਕੀਪਰ ਨੂੰ ਵੀ ਹੈਂਡਸ਼ੇਕ ਕਰਦੇ ਹਾਂ, ਇੱਥੇ ਸਾਨੂੰ ਗੇਟਕੀਪਰ ਦਾ ਨਾਮ ਨਹੀਂ ਪਤਾ ਹੁੰਦਾ। ਸੋ ਉੱਥੇ ਜਿਹੜੀਆਂ ਚੰਗੀਆਂ ਚੀਜ਼ਾਂ ਜੇ ਆਪਾਂ ਇੱਥੇ ਲੈ ਆਈਏ ਤੇ ਮੈਨੂੰ ਲੱਗਦਾ ਕਿ ਹੋਰ ਵੀ ਸੋਨੇ ਤੇ ਸੁਹਾਗਾ ਹੋ ਜਾਏ। ਓਕੇ, ਤੇ ਮੈਮ ਕੁਛ ਬੱਚੇ ਜੋ ਕਈ ਮੇ ਬੀ ਯੂ ਅਗਰੀ ਔਰ ਨੋਟ, ਕੁਛ ਹੁੰਦਾ ਲਾਈਕ
ਬੱਚੇ ਦੇ ਡ੍ਰੀਮਸ ਹੁੰਦੇ ਆ, ਮੈਂ ਇਹ ਕਰਨਾ, ਮੈਂ ਉਹ ਕਰਨਾ, ਤੇ ਬਟ ਉਹ ਕੰਮ ਨਹੀਂ ਕਰਦੇ ਪਏ ਜਾਂ ਆਲਸ ਨੇ, ਫਿਰ ਉਹਨਾਂ ਦਾ ਕਿੱਦਾਂ ਟੈਕਲ ਕਰਦੇ ਹੋ? ਤੁਹਾਡੇ ਕੋਲ ਹਜੇ ਕੇਸਿਸ ਆਉਂਦੇ ਹੋਣਗੇ, ਪੱਕੀ ਗੱਲ ਹੈ। ਮੈਮ ਐਕਚੁਅਲੀ ਯੰਗਸਟਰ 'ਚ ਹੈਗਾ ਹੈ ਨਾ ਕਿ ਕਰਨਾ ਬਹੁਤ ਕੁਝ ਹੈ ਬਟ ਕੰਮ ਨਹੀਂ ਕਰਨਾ। ਬਾਹਰ ਜਾ ਕੇ ਕੀ ਰਹਿੰਦਾ ਕਿ ਈਜ਼ੀ ਹੋ ਜਾਏਗਾ, ਇਦਾਂ ਲੱਗਦਾ ਲਾਈਫ, ਬਟ ਐਕਚੁਅਲੀ ਇਟਸ ਨਾਟ। ਹਾਂਜੀ ਬਾਹਰ ਤੇ ਹੁਣ ਤੁਹਾਨੂੰ ਤੁਹਾਡੀ ਏਜ ਗਰੁੱਪ ਨੂੰ ਤੇ ਜ਼ਿਆਦਾ ਪਤਾ ਹੈ ਕਿ ਕੀ ਹੋ ਰਿਹਾ, ਸੋ ਬਾਹਰ ਵਾਲਿਆਂ ਨੂੰ ਵੀ ਜਿਹੜਾ ਵਾ ਉਹ ਸੱਚ ਪੇਸ਼ ਕਰਨਾ ਚਾਹੀਦਾ। ਆਪਾਂ 10 ਇਅਰਸ ਪੰਜਾਬ 'ਚ ਮਿਹਨਤ ਕਰ ਲਾਂਗੇ ਤਾਂ ਵੀ ਆਪਾਂ ਕਿਤੇ ਪਹੁੰਚ ਜਾਵਾਂਗੇ, ਤੇ ਜੇ 10 ਇਅਰਸ ਆਪਾਂ ਕੈਨੇਡਾ ਮਿਹਨਤ ਕਰ ਲਾਂਗੇ ਉੱਥੇ ਵੀ ਸਕਸੈਸਫੁਲ ਹੋ ਜਾਵਾਂਗੇ। ਇਹ ਤੁਹਾਡੀ ਚੋਇਸ ਹੈ ਕਿ ਤੁਸੀਂ ਕੰਟਰੀ ਕਿਹੜਾ ਚੂਜ਼ ਕਰਨਾ, ਰਾਈਟ। ਸੋ ਇੱਥੇ ਤੁਹਾਡੇ ਕੋਲ ਹੋਰ ਵੀ ਜ਼ਿਆਦਾ ਫੈਸਿਲਿਟੀਜ਼ ਆ, ਉੱਥੇ ਤੁਹਾਨੂੰ ਆਪਣੇ ਘਰ ਤੇ, ਆਪਣੀ ਹਾਊਸ ਹੈਲਪ ਤੇ, ਆਪਣੀ ਸਾਰੇ ਜਿਹੜੀਆਂ ਚੀਜ਼ਾਂ ਤੇ ਇਨਵੈਸਟ ਕਰਨਾ ਪਏਗਾ, ਬਹੁਤ ਵੱਡੀ ਕਾਸਟ ਆਏਗੀ। ਇੱਥੇ ਇਦਾਂ ਦੀ ਗੱਲ ਨਹੀਂ, ਇੱਥੇ ਆਲਰੇਡੀ ਤੁਹਾਡੇ ਕੋਲ ਘਰ ਹੈਗਾ ਵਾ, ਤੁਹਾਨੂੰ ਹੈਲਪ ਕਰਨ ਵਾਲੇ ਬਹੁਤ ਜਿਹੜਾ ਈਜ਼ੀਲੀ ਅਵੇਲੇਬਲ ਆ, ਕਿਉਂਕਿ ਸਾਡੀ ਕੰਟਰੀ ਦੀ ਪੋਪੂਲੇਸ਼ਨ ਬਹੁਤ ਜ਼ਿਆਦਾ, ਹਰ ਲੈਵਲ ਦਾ ਬੰਦਾ ਜਿਹੜਾ ਤੁਹਾਨੂੰ ਹੈਲਪ ਕਰਨ ਲਈ ਮਿਲ ਜਾਂਦਾ, ਜਿਹਦੇ ਨਾਲ ਤੁਹਾਡਾ ਟਾਈਮ ਸੇਵ ਹੁੰਦਾ ਹੈ। ਤੁਸੀਂ ਭਾਵੇਂ 24 ਘੰਟੇ ਡਰਾਈਵਰ ਰੱਖੋ, 24 ਘੰਟੇ ਕੱਪੜੇ ਪ੍ਰੈਸ ਕਰਨ ਵਾਲਾ ਰੱਖੋ, 24 ਘੰਟੇ ਦਾ ਕੁੱਕ ਰੱਖੋ, ਠੀਕ ਹੈ। ਸੋ ਤੁਸੀਂ 3-4 ਬੰਦੇ ਹੀ ਲਗਾ ਲਓ ਕਿ ਸਾਡਾ ਜਿਹੜਾ ਡਰਾਈਵਰ ਆ, ਸਾਡਾ ਜਿਹੜਾ ਕੁੱਕ ਆ, ਸਾਡੀ ਜਿਹੜੀ ਹਾਊਸ ਹੈਲਪ ਆ, ਮੈਂ ਹਜੇ 3 ਬੰਦੇ ਲਾਏ ਆ, ਹੋਰ ਬਹੁਤ ਸਾਰੇ ਕੰਮ ਹੁੰਦੇ, ਕਾਰਪੈਂਟਰੀ, ਸਾਡਾ ਪਲੰਬਰ, ਤੇ ਕਈ ਚੀਜ਼ਾਂ ਜਿਹੜੀਆਂ ਇਨਵੋਲਵ ਹੁੰਦੀਆਂ। ਸਾਨੂੰ ਖੁਦ ਨਹੀਂ ਪਤਾ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ, ਕਿ 15 ਜਾਣੇ ਸਾਨੂੰ ਮੈਨੇਜ ਕਰਦੇ ਪਏ ਆ, ਸਾਡੇ ਪੇਰੈਂਟਸ, ਠੀਕ ਆ। ਉਹ ਜੇ ਇਕੱਲੇ ਬੰਦੇ ਦੀ ਤੁਸੀਂ ਕੈਨੇਡਾ ਜਾਂ US ਦੇ ਵਿੱਚ ਮੰਥਲੀ ਤਨਖਾਹ ਲਗਾ ਲਓ, ਜਿੱਥੇ ਕਿ $15 ਤੁਸੀਂ ਸਮਝੋ ਕਿ ਬੇਸਿਕ ਰੇਟ ਦੇਣਾ ਹੀ ਦੇਣਾ, ਠੀਕ ਹੈ। ਤੁਹਾਨੂੰ ਮਹੀਨੇ ਦਾ $2000 ਸਮਝੋ ਇੱਕ ਹਾਊਸ ਹੈਲਪ ਨੂੰ ਦੇਣਾ ਪੈ ਗਿਆ, ਇੱਕ ਡਰਾਈਵਰ ਨੂੰ ਦੇਣਾ ਪੈ ਗਿਆ, ਇੱਕ ਕਿਸੇ ਹੋਰ ਨੂੰ ਦੇਣਾ ਪੈ ਗਿਆ, $6000 ਤੇ ਤੁਹਾਡਾ ਏਦਾਂ ਹੀ ਚੱਲ ਗਿਆ, ਰਾਈਟ। ਸੋ ਤੁਸੀਂ ਜਿਹੜੀਆਂ ਇੱਥੇ ਤੁਹਾਨੂੰ ਸਹੂਲਤਾਂ ਮਿਲਦੀਆਂ, ਤੁਹਾਨੂੰ ਟਾਈਮ ਮਿਲਦਾ, ਉਹ ਤੁਸੀਂ ਫੋਰਨ ਕੰਟਰੀਜ਼ ਦੇ ਵਿੱਚ ਉਹ ਟਾਈਮ ਜਿਹੜਾ ਸੇਵ ਕਰਨਾ ਕਾਫੀ ਟਫ ਆ। ਬਾਕੀ ਅਗੇਨ ਕਿ ਯੂ ਕੁਡ ਬੀ ਸਕਸੈਸਫੁਲ ਇਨ ਬੋਥ ਦੀ ਕੰਟਰੀਜ਼, ਇਹ ਤੁਹਾਡੀ ਚੋਇਸ ਹੈ ਕਿ ਤੁਸੀਂ ਕਿੱਥੇ ਰਹਿਣਾ। ਤੁਸੀਂ ਕਲਚਰ ਚੂਜ਼ ਕਰਨਾ ਹੈ, ਪੇਰੈਂਟਸ ਚੂਜ਼ ਕਰਨੇ ਆ, ਆਪਣੇ ਨੇਬਰਸ ਚੂਜ਼ ਕਰਨੇ ਆ, ਦਾਦਾ ਦਾਦੀ ਚੂਜ਼ ਕਰਨੇ ਆ, ਆਪਣੇ ਫਰੈਂਡਸ ਚੂਜ਼ ਕਰਨੇ ਆ, ਕਿ ਤੁਸੀਂ ਸਿਰਫ ਪੈਸਾ ਹੀ ਚੂਜ਼ ਕਰਨਾ ਹੈ ਜਾਂ ਕੋਈ ਖਾਸ ਲਾਈਫਸਟਾਈਲ ਚੂਜ਼ ਕਰਨਾ, ਤੁਹਾਡੀ ਮਰਜ਼ੀ ਹੈ। ਅੱਛਾ, ਗਵਾ ਕੇ ਜਾਂਦੇ ਫਿਰ ਤੁਸੀਂ ਪੇਰੈਂਟਸ ਵੀ ਇੱਕ ਤਰ੍ਹਾਂ ਦੇ, ਅੱਛਾ ਫਰੈਂਡਸ਼ਿਪ ਗਵਾ ਕੇ ਜਾ ਰਹੇ ਹਾਂ, ਕਲਚਰ ਗਵਾ ਕੇ ਜਾ ਰਹੇ ਹਾਂ, ਬਾਹਰ ਔਨ ਕਰਨ ਲਈ ਗਵਾ ਕੇ ਜਾ ਰਹੇ, ਫਿਰ ਅਸੀਂ ਉੱਥੇ ਫਸ ਜਾਂਦੇ ਤੇ ਫਿਰ ਜ਼ਬਰਦਸਤੀ ਉਧਰੋਂ ਪ੍ਰੂਵ ਕਰਦੇ ਹਾਂ ਕਿ ਅਸੀਂ ਹੀ ਸਹੀ ਆ, ਹਾਲਾਂਕਿ ਅੰਦਰੋਂ ਦਿਲੋਂ ਵੀ ਪਤਾ ਹੈ ਹਰ ਇੱਕ ਨੂੰ ਕਿ ਸਾਡੇ ਕੋਲ ਗਲਤ ਹੋ ਗਿਆ, ਤੇ ਜਾਂ ਫਿਰ ਉੱਥੇ ਹੀ ਜਿਹੜਾ ਵਾ ਉਹ ਬੈਟਰ ਸੀ। ਪੰਜਾਬ 'ਚ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਨੇ, ਉਹ ਵੀ ਮੈਂ ਐਕਨੋਲੇਜ ਕਰਦੀ ਹਾਂ, ਤੇ ਅਸੀਂ ਕਿਤੇ ਨਾ ਕਿਤੇ ਸਿਸਟਮ ਨੂੰ ਵੀ ਇੰਪਰੂਵ ਕਰਨ ਦੀ ਜਿਹੜੀ ਆ ਬਹੁਤ ਜ਼ਰੂਰਤ ਆ। ਤੇ ਸਟਰਗਲ ਤੇ ਦੋਨੋਂ ਸਾਈਡ ਤੇ ਹੀ ਹੈ ਨਾ? ਹਾਂਜੀ, ਦੋਨੋਂ ਸਾਈਡ ਤੇ, ਪਰ ਇੱਥੇ ਸਟਰਗਲ ਜਿਹੜਾ ਵਾ ਹੋਰ ਟਾਈਪ ਦਾ, ਉੱਥੇ ਉਹੀ ਗੱਲ ਹੈ ਕਿ ਮਿਹਨਤ ਦਾ ਤੁਹਾਨੂੰ ਮੁੱਲ ਮਿਲ ਰਿਹਾ, ਇੱਥੇ ਵੀ ਮਿਹਨਤ ਦਾ ਮੁੱਲ ਮਿਲ ਰਿਹਾ, ਪਰ ਸਿਸਟਮ ਜਿਹੜਾ ਉਹ ਕਿਤੇ ਨਾ ਕਿਤੇ ਸਾਨੂੰ ਪਰੇਸ਼ਾਨ ਕਰਦਾ ਹੈ। ਆਰਗੇਨਾਈਜ਼ਡ ਹੈ ਨਾ ਸਿਸਟਮ ਸਾਰਾ। ਹਾਂਜੀ, ਕਰਪਸ਼ਨ ਇਜ਼ ਵੈਰੀ ਹਾਈ, ਰਾਈਟ। ਕਰਪਸ਼ਨ ਬਹੁਤ ਹਾਈ ਹੈ, ਤੇ ਜਦੋਂ ਅਸੀਂ ਸਮਝੋ ਕੰਪਨੀ ਰਜਿਸਟਰ ਕਰਾਣੀ ਆ, ਅਸੀਂ ਲੈਂਡ ਲੈਣੀ ਆ, ਅਸੀਂ ਪੁਲਿਸ ਨੂੰ ਕੁਝ ਕਹਿਣਾ, ਅਸੀਂ ਐਡਮਿਨਿਸਟ੍ਰੇਸ਼ਨ ਨੂੰ ਕੁਝ ਕਹਿਣਾ, ਅਸੀਂ ਸਰਕਾਰ ਨੂੰ ਕੁਝ ਕਹਿਣਾ, ਤੇ ਸਾਨੂੰ ਬਹੁਤ ਹੀ ਤਰਲੇ ਮਾਰਨੇ ਪੈਂਦੇ ਨੇ, ਸਿਫਾਰਿਸ਼ ਲਾਣੀ ਪੈਂਦੀ ਆ। ਉਹਦਾ ਵੀ ਰੀਜ਼ਨ ਇਹ ਹੈ ਕਿ ਪੋਪੂਲੇਸ਼ਨ ਇੰਨੀ ਜ਼ਿਆਦਾ ਵਾ, ਠੀਕ ਹੈ ਨਾ। ਦ ਨੰਬਰ ਆਫ ਕੇਸਿਸ ਕਿ ਜਿਹੜੇ ਪਾਸਪੋਰਟ ਆਪਣਾ ਬਣਵਾਉਣਾ ਚਾਹੁੰਦੇ ਆ ਉਹ ਇੰਨਾ ਹਿਊਜ ਆ, ਫਿਰ ਉਸ ਤੋਂ ਬਾਅਦ ਉਹਨਾਂ ਦੀ ਇਨਕੁਆਇਰੀਜ਼ ਇੰਨੀਆਂ ਹਿਊਜ ਆ ਕਿ ਅੱਗੋਂ ਉਹਨਾਂ ਸਿਸਟਮ ਜਿਹੜਾ ਹੈ ਹੀ ਨਹੀਂ ਆ, ਉਹਦੇ ਵਿੱਚ ਫਿਰ ਆਪਣੇ ਆਪ ਉਹ ਪ੍ਰੈਫਰੈਂਸ ਦੇ ਆਧਾਰ ਤੇ ਚੀਜ਼ਾਂ ਜਿਹੜੀਆਂ ਹੋਣ ਲੱਗ ਪੈਂਦੀਆਂ, ਤੇ ਜਦੋਂ ਪ੍ਰੈਫਰੈਂਸ ਦੇ ਆਧਾਰ ਤੇ ਹੋਣ ਲੱਗ ਪੈਂਦੀਆਂ ਤੇ ਆਪਣੇ ਆਪ ਸਿਸਟਮ ਜਿਹੜਾ ਵਾ ਕਈ ਵਾਰ ਕਰਪਟ ਜਿਹੜਾ ਹੋ ਜਾਂਦਾ। ਕਿ ਪੰਜਾਬ 'ਚ ਆਈਟੀ ਦਾ ਕੀ ਰੋਲ ਲੱਗਦਾ ਤੁਹਾਨੂੰ? ਹਾਂਜੀ, ਪੰਜਾਬ ਦੇ ਵਿੱਚ ਤੇ ਦੇਖੋ ਆਈਟੀ ਕੰਪਨੀਆਂ ਆਈਆਂ, ਅਸੀਂ ਮੋਸਟਲੀ ਇਹੀ ਸੁਣਦੇ ਆ, ਗੁੜਗਾਉਂ 'ਚ ਹੈ, ਨੋਇਡਾ 'ਚ ਹੈ, ਬੈਂਗਲੌਰ 'ਚ ਹੈ, ਹਾਂਜੀ ਬਟ ਪੰਜਾਬ 'ਚ ਆਈਟੀ ਕੰਪਨੀ ਦਾ ਕਿਸ ਤਰ੍ਹਾਂ? ਸੋ ਪੰਜਾਬ ਦੇ ਵਿੱਚ ਦੇਖੋ ਕਿੰਨੇ ਇੰਜੀਨੀਅਰਸ ਹੋਣਗੇ ਜਿਹੜੇ TCS, ਇਨਫੋਸਿਸ ਦੇ ਵਿੱਚ ਜੌਬ ਕਰ ਰਹੇ ਹੋਣਗੇ, ਬੈਸਟ ਆਫ ਦੀ ਕੰਪਨੀਆਂ ਜਿਹੜੀਆਂ ਜੌਬ ਕਰ ਰਹੇ ਹੋਣਗੇ। ਸੋ ਉਹਨਾਂ ਨੂੰ ਵੇਖਦੇ ਹੋਏ ਕਿ ਇੰਨਾ ਅੱਛਾ ਟੈਲੈਂਟ ਜਿਹੜਾ ਵਾ ਉਹ ਬੈਂਗਲੌਰ ਜਾ ਕੇ ਕੰਮ ਕਰ ਰਿਹਾ, ਇੰਨਾ ਅੱਛਾ ਇੰਜੀਨੀਅਰ ਜਿਹੜਾ ਉਹ ਕੈਨੇਡਾ ਚਲ ਗਿਆ, ਉਹ US ਚਲ ਗਿਆ, ਸੋ ਉਹਨਾਂ ਲਈ ਪੰਜਾਬ ਦੇ ਵਿੱਚ ਹੀ ਓਪਰਚੁਨਿਟੀ ਕ੍ਰੀਏਟ ਕਰਨੀ ਬਹੁਤ ਜ਼ਰੂਰੀ ਹੈ ਕਿ ਜੇ ਉਹ 20 ਲੱਖ ਦਾ ਪੈਕੇਜ ਬੈਂਗਲੌਰ 'ਚ ਲੈ ਰਹੇ ਤੇ ਵਾਈ ਨਾਟ ਇਨ ਟਾਂਗਾ, ਵਾਈ ਨਾਟ ਇਨ ਅੰਮ੍ਰਿਤਸਰ, ਵਾਈ ਨਾਟ ਇਨ ਜਲੰਧਰ, ਠੀਕ ਹੈ। ਸੋ ਪੰਜਾਬ ਨੂੰ ਕਿਤੇ ਨਾ ਕਿਤੇ ਐਜੂਕੇਸ਼ਨ ਦੇ ਐਂਗਲ ਤੋਂ ਦੇਖੀਏ
ਤੇ ਜਿਹੜੀਆਂ ਬਹੁਤ ਹੀ ਹਾਈਲੀ ਸਕਿਲਡ ਕੰਪਨੀਆਂ ਆ ਉਹ ਸੋਚਦੀਆਂ ਕਿ ਅਸੀਂ ਉਨੇ ਇੰਟੈਲੀਜੈਂਟ ਨਹੀਂ ਹੈਗੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਟੌਪ ਇੰਜੀਨੀਅਰਸ ਦੇ ਵਿੱਚ ਪੰਜਾਬ ਦਾ ਕਿੰਨਾ ਕੰਟਰੀਬਿਊਸ਼ਨ ਆ। ਤੇ ਕਦੀ ਕਦੀ ਪੰਜਾਬ ਦਾ ਮਾਹੌਲ ਵੀ ਪੰਜਾਬ ਉਹਨਾਂ ਲਈ ਅੜਚਨ ਬਣ ਜਾਂਦਾ ਹੈ ਕਿ 2 ਦਿਨ ਸਾਡਾ ਇੰਟਰਨੈਟ ਨਹੀਂ ਚੱਲਿਆ ਹਨਾ, ਤੇ ਉਹ ਕੰਪਨੀ ਦਾ ਬਿਲੀਅਨ ਡਾਲਰਸ ਲਾਸ ਹੋ ਜਾਂਦਾ, ਉਹਨਾਂ ਨੂੰ ਵੱਡੀਆਂ ਕੰਪਨੀਆਂ ਅੱਗੋਂ ਫਾਈਨ ਪਾ ਦਿੰਦੀਆਂ, ਠੀਕ ਹੈ। ਸੋ ਕਿਤੇ ਨਾ ਕਿਤੇ ਸਾਡਾ ਜਿਹੜਾ ਮਾਹੌਲ ਆ ਉਹ ਵੀ ਉਹਦੇ ਲਈ ਵੀ ਕੰਪਨੀਆਂ ਨੂੰ ਡਰ ਲੱਗਦਾ ਕਿ ਇੱਥੇ ਆਵਾਂਗੇ ਇਨਵੈਸਟ ਕਰਾਂਗੇ ਤੇ ਸਾਡਾ ਮਾਹੌਲ ਸਾਨੂੰ ਜਿਹੜਾ ਡਿਸਟਰਬ ਕਰੇਗਾ। ਬਟ ਇਟ ਇਜ਼ ਐਨ ਓਪਰਚੁਨਿਟੀ ਫॉर ਪੰਜਾਬੀ ਕਮਿਊਨਿਟੀ ਕਿ ਤੁਸੀਂ ਖੁਦ ਕਿਉਂ ਨਹੀਂ IT ਕੰਪਨੀ ਖੋਲਦੇ, ਤੁਸੀਂ ਖੁਦ ਕਿਉਂ ਨਹੀਂ HR ਕੰਸਲਟੈਂਸੀ ਖੋਲਦੇ, ਤੁਸੀਂ ਖੁਦ ਹਾਈਲੀ ਸਕਿਲਡ ਕੰਪਨੀਆਂ ਇੱਥੇ ਖੋਲੋ, ਕਿਉਂਕਿ ਪੰਜਾਬ ਦਾ ਮਾਹੌਲ ਤੁਹਾਨੂੰ ਪਤਾ ਹੈ। ਮੈਮ ਇਸ ਤਰ੍ਹਾਂ ਹੁੰਦਾ ਕਿ ਐਜੂਕੇਸ਼ਨ ਨੂੰ ਲੈ ਕੇ ਵੀ ਪੋਲਿਟਿਕਸ ਖੇਡੀ ਜਾਂਦੀ ਹੈ ਕਿ ਐਜੂਕੇਸ਼ਨ ਉੱਤੇ ਫੋਕਸ ਨਹੀਂ ਹੋ ਰਿਹਾ। ਸੋ ਐਜੂਕੇਸ਼ਨ ਦੇਖੋ ਉਨੀ ਮੈਟਰ ਨਹੀਂ ਕਰਦੀ ਜਿੰਨੀ ਸੰਸਕਾਰ ਮੈਟਰ ਕਰਦੇ ਨੇ, ਠੀਕ ਹੈ। ਸੋ ਅਸੀਂ ਕਹਿੰਦੇ ਆ ਕਿ ਪੈਰੈਂਟਿੰਗ ਐਜੂਕੇਸ਼ਨ, ਬਹੁਤ ਸਾਰੇ ਲੋਕ ਆ ਜਿਹੜੇ ਕਿ ਬਹੁਤ ਪੜ੍ਹੇ ਲਿਖੇ ਆ, ਠੀਕ ਹੈ, ਬਟ ਦੇ ਆਰ ਕਰਪਟ, ਰਾਈਟ। ਦੇ ਡੋਂਟ ਨੋ ਕਿ ਕਿੱਦਾਂ ਆਪਾਂ ਰਿਸਪੈਕਟ ਦੇਣੀ ਕਿਸੇ ਨੂੰ, ਵੈਲਿਊ ਸਿਸਟਮ ਉਹਨਾਂ ਦਾ ਉਨਾ ਸਟਰੋਂਗ ਨਹੀਂ ਆ। ਇਹੋ ਜਿਹੇ ਸਿਟੀਜ਼ਨ ਦੀ ਸਾਨੂੰ ਲੋੜ ਨਹੀਂ ਆ। ਸਾਡੇ ਕੋਲ 12ਵੀਂ ਕੀਤਾ ਬੰਦਾ, ਉਹਨੂੰ ਬੋਲਣ ਦੀ ਤਮੀਜ਼ ਆ, ਉਹਨੂੰ ਰਿਸਪੈਕਟ ਦੇਣੀ ਆਉਂਦੀ ਆ, ਉਹਨੂੰ ਕਸਟਮਰ ਨਾਲ ਗੱਲ ਕਰਨੀ ਆਉਂਦੀ ਆ, ਉਹਨੂੰ ਕਸਟਮਰ ਨੂੰ ਮੋਟੀਵੇਟ ਕਰਨਾ ਆਉਂਦਾ, ਕੰਪਨੀ ਨੂੰ ਗਰੋ ਕਰਨਾ ਆਉਂਦਾ, ਉਹ ਜ਼ਿਆਦਾ ਬੈਟਰ ਆ। ਮੇਰੀ ਕੰਪਨੀ 'ਚ ਬਹੁਤ ਸਾਰੇ ਬੱਚੇ ਆ ਜਿਹੜੇ ਕਿ 12th ਜਾਂ ਗ੍ਰੈਜੂਏਟ ਹੀ ਆ, ਬਟ ਉਹਨਾਂ ਦਾ ਨੇਚਰ ਹੀ ਇੰਨਾ ਵਧੀਆ, ਕਸਟਮਰ ਉਹਨਾਂ ਨੂੰ ਅਮਰੀਕਾ ਬੁਲਾਉਣਾ ਚਾਹੁੰਦਾ, ਠੀਕ ਹੈ ਕਿ ਇੰਨਾ। ਸੋ ਇਟਸ ਲਾਈਕ ਕਿ ਤੁਸੀਂ ਆਪਣੇ ਸੁਭਾਅ ਨਾਲ ਅੱਗੇ ਜਾਂਦੇ ਹੋ, ਨਾ ਕਿ ਇਕੱਲੀ ਪੜ੍ਹਾਈ ਨਾਲ। ਤੇ ਜਿਹਦਾ ਸੁਭਾਅ ਵਧੀਆ ਹੈ, ਜਿਹੜਾ ਅੰਦਰੋਂ ਵਧੀਆ ਇਨਸਾਨ ਆ, ਜਦੋਂ ਅਸੀਂ ਇਹਨੂੰ ਮੋਟੀਵੇਟ ਕਰਾਂਗੇ ਕਿ ਬਈ ਬੱਚੇ ਤੈਨੂੰ ਇੰਗਲਿਸ਼ ਸਿੱਖਣੀ ਹੀ ਪੈਣੀ ਆ ਜਾਂ ਆਪਾਂ ਕੰਪਿਊਟਰ ਦੀ ਆਹ ਚੀਜ਼ ਸਿੱਖਣੀ ਆ, ਤੇ ਉਹ ਮੋਟੀਵੇਟ ਹੋ ਕੇ ਜਿਹੜਾ ਉਹ ਵੀ ਚੀਜ਼ ਸਿੱਖ ਲੇਗਾ। ਸੋ ਮੈਨੂੰ ਲੱਗਦਾ ਕਿ ਪੂਰੇ ਸਿਸਟਮ ਨੂੰ ਬੈਟਰ ਕਰਨ ਲਈ ਘਰੋਂ ਰਾਈਟ ਸੰਸਕਾਰ ਹੋਣੇ ਬਹੁਤ ਜ਼ਰੂਰੀ ਆ, ਉਹ ਤੇ ਸਰਕਾਰ ਵੀ ਨਹੀਂ ਦੇ ਸਕਦੀ। ਜੇ ਆਪਾਂ ਘਰੋਂ ਹੀ ਬੱਚੇ ਨੂੰ ਕੰਟਰੋਲ ਨਹੀਂ ਕਰਾਂਗੇ ਕਿ ਤੂੰ ਨਸ਼ਾ ਨਹੀਂ ਕਰਨਾ ਜਾਂ ਤੂੰ ਰੋਜ਼ ਪਾਠ ਕਰਨਾ ਵਾ, ਗੁਰਦੁਆਰੇ ਜਾਣਾ ਵਾ, ਅਸੀਂ ਗੁੱਡ ਇਨਸਾਨ ਬਣਨਾ ਵਾ, ਜੇ ਘਰੋਂ ਹੀ ਨਹੀਂ ਕਰਾਂਗੇ ਤੇ ਸਰਕਾਰ ਦਾ ਇਹਦੇ ਵਿੱਚ ਕੀ ਕਸੂਰ ਆ? ਸਰਕਾਰ ਫੜ ਕੇ ਮੂੰਹ 'ਚ ਥੋੜੀ ਪਾ ਰਹੀ ਹੈ ਕਿਸੇ ਦੇ, ਰਾਈਟ। ਸੋ ਜੇ ਸਾਡੇ ਕੋਲ ਕੰਮ ਨਹੀਂ ਹੈਗਾ, ਤੁਸੀਂ ਅਨਇੰਪਲੋਇਡ ਹੋ, ਇੱਥੇ ਕੋਸ਼ਿਸ਼ ਕਰੋ, ਛੋਟਾ ਕੰਮ ਕਰ ਲਓ, ਨਾ ਸ਼ਰਮ ਕਰੋ, ਤੁਸੀਂ ਆਪਣੀ ਲਾਈਫ ਨੂੰ ਸਿੰਪਲ ਕਰ ਲਓ। ਤੇ ਜੇ ਤੁਸੀਂ ਬਾਹਰ ਜਾਣਾ ਤੇ ਤੁਸੀਂ ਜਾਓ, ਉੱਥੇ ਕਮਾਓ ਤੇ ਤੁਸੀਂ ਵਾਪਸ ਆਓ। ਤੁਸੀਂ ਜਿਹੜਾ ਵਾ ਉਧਰ ਦਾ ਕਮ ਸੇ ਕਮ ਕਲਚਰ ਤਾਂ ਨਾ ਅਡਾਪਟ ਕਰੋ, ਤੁਸੀਂ ਆਪਣੀ ਸੁਗੰਧ ਉੱਤੇ ਫੈਲਾਓ ਕਿ ਤੁਸੀਂ ਇੱਕ ਗੁਲਾਬ ਦੇ ਫੁੱਲ ਜੇ ਤੇ ਤੁਸੀਂ ਉੱਥੇ ਜਾ ਕੇ ਗੁਲਾਬ ਦੀ ਮਹਿਕ ਆ ਰਹੀ ਤੁਹਾਡੇ ਵਿੱਚੋਂ, ਠੀਕ ਹੈ, ਰਾਦਰ ਦੈਨ ਕਿ ਤੁਸੀਂ ਖੁਦ ਗੁਲਾਬ ਜੇ, ਠੀਕ ਹੈ, ਤੇ ਤੁਸੀਂ ਜਿਹੜਾ ਵਾ ਦੂਸਰੇ ਦਾ ਰੰਗ ਜਿਹੜਾ ਤੁਹਾਡੇ ਤੇ ਚੜ ਰਿਹਾ। ਸੋ ਇਹ ਕਿ ਅਸੀਂ ਦੂਸਰੇ ਦੇਸ਼ ਵਿੱਚ ਵੀ ਜਾਈਏ ਨਾ ਤੇ ਆਪਣਾ ਕਲਚਰ ਸਪਰੈਡ ਕਰੀਏ, ਨਾ ਕਿ ਉਹਨਾਂ ਦਾ ਸਿੱਖੀਏ। ਮੈਮ ਉਹ ਉੱਥੇ ਆ ਕੇ ਵੀ ਕੰਪੈਰੀਜ਼ਨ ਕਰ ਜਾਂਦੇ ਕਈ ਵਾਰੀ ਕਿ ਸਾਡੀ ਟੌਰ ਹੈ, ਅਸੀਂ ਗੱਡੀ ਲੈ ਲੈਂਦੇ ਹਾਂ, ਜਿੰਨਾ ਮਰਜ਼ੀ। ਤੁਹਾਨੂੰ ਲੱਗਦਾ ਬੱਚੇ ਜੋ ਲੋਕਲ ਬੱਚਾ ਉਹਨੂੰ ਕੰਪੈਰੀਜ਼ਨ ਕਰਨਾ ਡੀਮੋਟੀਵੇਟ ਫੀਲ ਹੁੰਦਾ ਹੀ ਕਿਤੇ ਨਾ ਕਿਤੇ? ਮੇ ਬੀ, ਬਟ ਉਹੀ ਨਾ ਕਿ ਡੂ ਯੂ ਐਵਰ ਫੀਲ ਖੁਦ ਆਪ ਤੁਸੀਂ? ਮੈਨੂੰ ਤੇ ਲੱਗਦਾ ਕਿ ਵਕਤ ਨਾਲ ਸਾਰਾ ਕੁਝ ਤੁਹਾਨੂੰ ਮਿਲ ਹੀ ਜਾਂਦਾ ਹੈ, ਬਟ ਉਹੀ ਕਿ ਪੋਜ਼ਿਟਿਵਿਟੀ ਦੀ ਬਹੁਤ ਕੋਈ ਐਸੀ ਚੀਜ਼ ਜੋ ਤੁਹਾਨੂੰ ਨਾ ਮਿਲੀ ਹੋਵੇ ਅੱਜ ਤੱਕ? ਨਹੀਂ, ਮੈਂ ਤੇ ਬੜੀ ਸੈਟੀਸਫਾਈਡ ਸੋਲ ਆ। ਸੋ ਮੈਂ ਭਾਵੇਂ ਕਿਸੇ ਨੂੰ ਨਾ ਮਿਲੀ ਹੋਵਾਂ, ਮੈਨੂੰ ਸਾਰਾ ਕੁਝ ਮਿਲ ਗਿਆ। ਕੁਝ ਹੋਰ ਐਂਬੀਸ਼ਨ ਹੈ ਅਜੇ ਤੁਹਾਡਾ? ਸੋ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਰਹਿ ਗਈ ਹੈ, ਮੈਂ ਅੱਜ ਕਰਨੀ ਹੈ। ਹਾਂ, ਮੈਂ ਘੁੰਮੀ ਨਹੀਂ ਆ, ਮੈਂ ਟਰੈਵਲ ਨਹੀਂ ਕੀਤਾ ਤੇ ਰਹਿ ਗਿਆ। ਸੋ ਹੁਣ ਮੈਂ ਫਰਮ ਦਿਸ ਈਅਰ ਆਈ ਹੈਵ ਸਟਾਰਟਡ। ਸੋ ਮੈਂ ਬੜਾ ਇੱਕ ਬਾਕਸ 'ਚ ਬੈਠ ਕੇ ਕੰਮ ਕੀਤਾ, ਇੱਕ ਬਹੁਤ ਫੋਕਸਡ ਕੰਮ ਕੀਤਾ ਲਾਸਟ 10 years ਦੇ ਵਿੱਚ। ਤੇ ਮੈਨੂੰ ਇਹ ਲੱਗਦਾ ਕਿ ਮੈਂ ਖੁਦ ਦੀ ਪਰਸਨਲ ਲਾਈਫ ਜਿਹੜੀ ਆ ਉਹ ਨਹੀਂ ਜੀ ਕਦੀ। ਹੁਣ ਮੈਂ ਆਪਣੇ ਆਪ ਨੂੰ ਇੰਪਰੂਵ ਕਰ ਰਹੀ ਹਾਂ ਕਿ ਆਈ ਸ਼ੁਡ ਐਕਸਪਲੋਰ ਕਰਨਾ, ਆਪਣੇ ਆਪ ਗਿਵ ਟਾਈਮ ਟੂ ਮਾਈ ਸੈਲਫ, ਤੇ ਆਪਣੇ ਆਪ ਨੂੰ ਹੋਰ ਹੰਬਲ ਕਰਨਾ, ਹੋਰ ਬੈਟਰ ਕਰਨਾ ਤੇ ਅੱਛਾ ਇਨਸਾਨ ਬਣਾਉਣਾ, ਆਪਣੀ ਹੈਲਥ ਵੱਲ ਧਿਆਨ ਦੇਣਾ ਵਿਦ ਏਜ, ਰਾਈਟ। ਬਟ travel is on my hit list ਕਿ ਮੈਂ ਪੂਰਾ ਗਲੋਬਲ ਟਰੈਵਲ ਕਰਨਾ। ਵਲੌਗਸ ਨਹੀਂ ਬਣਾਓਗੇ? ਹਾਂ ਵਲੌਗਸ ਵੀ ਬਣਾਣੇ। ਹਾਂ, ਬਲਕਿ ਤੁਸੀਂ ਐਕਸਪਲੋਰ ਕਰਨਾ ਚਾਹੁੰਦੇ ਹੋ ਕੰਟਰੀਜ਼, ਲੋਕ, ਉਹਨਾਂ ਦੇ ਖਾਣਾ ਵਗੈਰਾ, ਐਵਰੀਥਿੰਗ ਚੀਜ਼, ਠੀਕ ਹੈ। ਮੈਮ ਤੁਹਾਡੀ IT ਸਰਵਿਸਿਜ਼ ਕਿਹੜੀਆਂ ਨੇ? ਸੋ ਸਾਡੇ IT ਦੇ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦਾ ਸੌਫਟਵੇਅਰ ਡਿਵੈਲਪ ਕਰ ਸਕਦੇ ਹਾਂ, ਅਸੀਂ ਮੋਬਾਈਲ ਐਪਸ ਬਣਾ ਸਕਦੇ ਹਾਂ, ਅਸੀਂ ਕੋਈ ਵੀ ਤੁਹਾਡਾ ਬਿਜ਼ਨਸ ਆਈਡੀਆ ਹੈ ਜੇ ਉਹ ਟੈਕਨੋਲੋਜੀ ਬੇਸਡ ਆ, ਉਹਨੂੰ ਵੀ ਕੈਨ ਹੈਲਪ ਯੂ ਉਹਨੂੰ ਹੋਰ ਗਰੋ ਕਰਨ ਦੇ ਵਿੱਚ। ਮੇਰਾ ਮਾਰਕੀਟਿੰਗ ਹੋਲਡ ਵੀ ਬਹੁਤ ਜ਼ਿਆਦਾ ਹੈ, ਓਵਰ 1 million ਪੀਪਲ ਮੈਨੂੰ ਖੁਦ ਫੋਲੋ ਕਰਦੇ ਆ, ਰਾਈਟ। ਸੋ ਆਈ ਕੈਨ ਹੈਲਪ ਯੂ ਟੂ ਗਰੋ ਯੋਰ ਬਿਜ਼ਨਸ
ਡਿਜੀਟਲ ਮਾਰਕੀਟਿੰਗ ਅਸੀਂ ਕਰ ਸਕਦੇ ਹਾਂ, ਤੁਹਾਡੇ ਚੈਨਲਸ ਨੂੰ ਕਿੱਦਾਂ ਗਰੋ ਕਰਨਾ ਹੈ, ਕੰਟੈਂਟ ਕਿੱਦਾਂ ਲਿਖਣਾ ਹੈ, ਐਂਡ ਦੈਨ ਮੈਮ ਫਿਰ ਤੁਹਾਡੇ 1 ਮਿਲੀਅਨ ਫਾਲੋਅਰ ਹੈ ਨਾ, ਹਾਂ ਵੈਬਸਾਈਟ ਸਬਸਕ੍ਰਾਈਬ ਕਰਵਾ ਦੇਣਾ ਤੁਸੀਂ। ਹਾਂ ਰਾਈਟ। ਨੋ ਬਟ ਮੇਰੇ ਫੇਸਬੁੱਕ ਦੇ ਆ, ਮੈਨੂੰ YouTube ਤੇ ਤੁਹਾਡੇ ਤੋਂ ਕਰਾਣੇ ਪੈਣੇ ਸਬਸਕ੍ਰਾਈਬ। ਹਾਂ ਚਲੋ ਕ੍ਰਾਸ ਪ੍ਰੋਮੋਸ਼ਨ ਕਰ ਲਾਂਗੇ, ਕ੍ਰਾਸ ਪ੍ਰੋਮੋਸ਼ਨ ਕਰ ਲਾਂਗੇ, ਬਿਲਕੁਲ ਠੀਕ ਹੈ। ਤੇ ਮੈਮ ਅਗਰ ਕੋਈ ਬੱਚਾ, ਕੋਈ ਸਟੂਡੈਂਟ ਹੈ, ਕੋਈ ਯੰਗਸਟਰ ਹੈ, ਅਗਰ ਉਹ ਕਹਿੰਦਾ ਉਹਦੇ ਬਿਜ਼ਨਸ ਆਈਡੀਆ ਹੈ, तो how can you help him? हाँ जी, वो आ सकते, मेरे को मेरे डिस्कस कर सकते। देयर आर लॉट ऑफ will you invest? यस आई विल। मैं बहुत सारे स्टार्टअप्स ਜਿਹੜੇ ਆ ਉਹ ਇਨਕਿਊਬੇਟ ਕੀਤੇ ਆ। ਮੈਂ ਇੱਕ ਆਪਣਾ ਇੰਟਰਨਲ ਸਟਾਰਟਅਪ ਹੀ ਹੈਗਾ ਸਿੰਬਾ ਕੋਰਸ, ਜਿਹੜਾ ਕਿ ਟ੍ਰੇਨਿੰਗ ਸੈਂਟਰ ਆ, ਉਹ ਇਨਕਿਊਬੇਟ ਕੀਤਾ। ਉਹਦੇ ਵਿੱਚ ਤੁਸੀਂ ਕੰਪਿਊਟਰ ਕੋਰਸਿਸ ਸਿੱਖ ਸਕਦੇ ਹੋ, ਜਿਹਦੇ ਨਾਲ ਤੁਹਾਨੂੰ ਡਾਇਰੈਕਟ ਜੌਬ ਲੈਣ 'ਚ ਬਹੁਤ ਹੈਲਪ ਹੁੰਦੀ ਆ। ਐਂਡ ਜਿੰਨੇ ਵੀ ਸਾਡੇ ਕੰਮ ਹੈਗਾ ਸਿੰਬਾ ਕੁਆਰਟਸ ਦੇ ਵਿੱਚ, ਸਾਡੀ IT ਕੰਪਨੀ 'ਚ, ਉਹ ਸਾਰੇ ਉਹਦੇ ਰਿਲੇਟਿਡ ਕੋਰਸਿਸ ਅਸੀਂ ਉਹਦੇ ਵਿੱਚ ਕਰਾਉਂਦੇ। ਉਹ ਮੇਰੇ ਮਮਾ ਹੈਂਡਲ ਕਰਦੇ ਆ ਇੱਕ ਹਿਸਾਬ ਦਾ, ਮੈਂ ਉਹਨਾਂ ਨੂੰ ਹੀ ਖੋਲ ਕੇ ਦਿੱਤਾ ਐਂਡ ਸ਼ੀ ਇਜ਼ ਡੂਇੰਗ ਵੰਡਰਫੁਲੀ ਵੈਲ। ਸਾਡੀ ਬਾਕੀ ਕੰਪਨੀਆਂ ਪ੍ਰੋਫਿਟੇਬਲ ਨਹੀਂ ਜਾ ਰਹੀਆਂ, ਉਹ ਪ੍ਰੋਫਿਟੇਬਲ ਜਾ ਰਿਹਾ। ਤੇ ਉਸ ਤੋਂ ਬਾਅਦ ਮੈਂ ਇੱਕ ਨਿਊ ਵੈਂਚਰ ਸਟਾਰਟ ਕੀਤਾ ਸਿੰਬਾ ਸਟਾਰਸ, ਉਹਨੂੰ ਵੀ ਮੈਂ 1 ਸਾਲ ਇਨਕਿਊਬੇਟ ਕੀਤਾ ਆਪਣੇ ਕਜ਼ਨ ਦੇ ਨਾਲ। ਹੁਣ ਹੀ ਇਜ਼ ਰਨਿੰਗ ਇਟ ਸਕਸੈਸਫੁਲੀ ਫਰਮ ਮੋਹਾਲੀ। ਐਂਡ ਵਾਟ ਇਜ਼ ਦੈਟ? ਉਹ ਸਿੰਬਾ ਸਟਾਰਸ ਦੇ ਵਿੱਚ ਅਸੀਂ ਡਿਜੀਟਲ ਮਾਰਕੀਟਿੰਗ ਤੇ ਆਰਟਿਸਟ ਮੈਨੇਜਮੈਂਟ ਕਰ ਰਹੇ ਹਾਂ, ਸੈਲੀਬ੍ਰਿਟੀਜ਼ ਦੀ, ਸਿੰਗਰਸ ਦੀ, ਮੀਡੀਆ ਇੰਡਸਟਰੀ ਇਨਵੋਲਵਡ ਹੋ। ਹਾਂਜੀ ਹਾਂ। ਸੋ ਜਿਹੜਾ ਮੇਰਾ IT ਤੇ ਡਿਜੀਟਲ ਮਾਰਕੀਟਿੰਗ ਜਿਹੜੀ ਮੇਰੀ ਮੁਹਾਰਤ ਆ, ਉਹਨੂੰ ਉਹਦਾ ਐਂਟਰਟੇਨਮੈਂਟ ਵਿੰਗ ਜਿਹੜਾ ਵਾ ਉਹ ਸਿੰਬਾ ਸਟਾਰਸ। ओके ठीक है, फिर मैं ਤੁਹਾਡੇ ਕੋਲ ਹੈਲਪ ਲੈ ਲਾਂਗਾ। हाँ, सो इंक्यूबेशन में बहुत कर दी, बट आई एम इंटरेस्टेड ओनली इन स्मॉल प्रोजेक्ट्स। ठीक है, ਜਿਹੜੇ ਕਿ ਘੱਟ ਇਨਵੈਸਟਮੈਂਟ ਤੋਂ ਸ਼ੁਰੂ ਹੋਣ, ਸੁਪਰ ਸੀਰੀਅਸ ਬੱਚੇ ਹੋਣ ਤੇ ਲੌਂਗ ਟਰਮ ਮੇਰੇ ਨਾਲ ਕੰਮ ਕਰਨਾ ਚਾਹੁੰਦੇ ਹੋ। ਹਾਂਜੀ, ਸੋ ਆਈ ਕੈਨ ਨਾਟ ਡੂ ਕਿ ਕੋਈ ਕਵੇ ਕਿ ਹਾਂਜੀ ਇੱਥੇ ਇਕੱਠਾ ਹੀ 20 ਲੱਖ ਲੱਗੇਗਾ, 50 ਲੱਖ ਚ ਲੱਗੇਗਾ, 1 ਕਰੋੜ ਰੁਪਇਆ ਚਾਹੀਦਾ, ਤੇ ਫਿਰ ਦੈਟ ਆਈ ਕੈਨ। ਵਾਟ ਕਾਈਂਡ ਆਫ ਮੈਮ ਤੁਹਾਨੂੰ ਸਟਾਰਟਅਪਸ ਪਸੰਦ ਆਉਂਦੇ ਨੇ ਕਿ ਇਹ ਬਿਜ਼ਨਸ ਅੱਗੇ ਰਨ ਹੋਣ ਵਾਲਾ ਹੈ? ਹਾਂਜੀ, ਮੈਂ ਬਹੁਤ ਸਾਰੇ ਬਿਜ਼ਨਸ ਆਈਡੀਆਜ਼ ਜਿਹੜੇ ਆ ਜਾਂ ਬਿਜ਼ਨਸ ਆਈਡੀਆ ਕੰਟੈਸਟ ਜੱਜ ਕੀਤੇ ਨੇ। ਆਲਮੋਸਟ 3 ਇਅਰਸ ਲਗਾਤਾਰ ਮੈਂ IIM ਅੰਮ੍ਰਿਤਸਰ ਦੇ ਬਿਜ਼ਨਸ ਆਈਡੀਆਜ਼ ਜਿਹੜੇ ਆ ਉਹ ਜੱਜ ਕੀਤੇ ਨੇ। ਹਾਂਜੀ, ਸੋ ਬਹੁਤ ਸਾਰੇ ਕਾਲਜਿਸ ਦੇ ਵਿੱਚ ਮੈਂ ਜੱਜ ਕਰਦੀ। ਸੋ ਆਈ ਓਨਲੀ ਲਾਈਕ ਦੋਜ਼ ਆਈਡੀਆਜ਼ ਕਿ ਜਿਨ੍ਹਾਂ ਦੀ ਬਹੁਤ ਸਮਾਲ ਇਨਵੈਸਟਮੈਂਟ ਹੋਵੇ ਤੇ ਅਗਲਾ ਜਿਹੜਾ ਬੰਦਾ ਉਹਨੂੰ ਸਟਾਰਟ ਕਰ ਰਿਹਾ ਉਹਦੇ ਕੋਲ ਟਾਈਮ ਹੋਵੇ। ਐਂਟਰਪ੍ਰੀਨਿਓਰ ਵੀ ਥੋੜਾ ਪੈਸ਼ਨ ਹੋਣਾ ਚਾਹੀਦਾ ਨਾ। ਹਾਂਜੀ, ਉਹਦੇ ਕੋਲ ਟਾਈਮ ਹੋਵੇ, ਇਹ ਨਹੀਂ ਕਿ ਉਹ ਵੀ ਕੁਝ ਕਰ ਰਿਹਾ ਤੇ ਨਾਲ ਨਾਲ ਉਹਨੇ ਸਾਈਡ ਬਿਜ਼ਨਸ ਕੀਤਾ ਹੋਇਆ। ਸੋ ਜਿਹੜਾ ਫੁੱਲੀ ਇਨਟੂ ਦਾ ਪ੍ਰੋਜੈਕਟ ਆ, ਉਹਦੇ ਵਿੱਚ ਮੈਂ ਜ਼ਿਆਦਾ ਇੰਟਰਸਟਿਡ ਹਾਂ ਕਿ ਉਹ ਆਪਣਾ ਫੁੱਲ ਟਾਈਮ ਦੇਗਾ, ਕਿਉਂਕਿ ਮੈਂ ਆਲਰੇਡੀ 10 ਸਾਲ ਮਿਹਨਤ ਕਰ ਚੁੱਕੀ ਹਾਂ। ਮੇਰੇ ਕੋਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਯੂ ਨੋ ਆਈ ਵਿਲ ਨਾਟ ਚਾਰਜ ਹਿਮ, ਤੇ ਮੈਂ ਡਾਇਰੈਕਟਲੀ ਉਹਨੂੰ ਸਪੋਰਟ ਕਰ ਸਕਦੀ ਹਾਂ। ਸਮਝੋ ਮਾਰਕੀਟਿੰਗ ਆ, ਮੇਰੇ ਲਿੰਕਸ ਆ, so I can be a good co-founder with any of the project, but I will invest only in small project. ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਮੈਂ ਦਿੰਦੀ। ਇੱਕ ਮੈਂ ਬਿਜ਼ਨਸ ਆਈਡੀਆ ਕੰਟੈਸਟ ਜੱਜ ਕਰ ਰਹੀ ਸੀ ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਅਸੀਂ ਵਾਲਸ ਦੇ ਉੱਪਰ ਪਲਾਂਟਸ ਲਾ ਸਕਦੇ, ਪੂਰੀ ਵਾਲ ਦੇ ਉੱਪਰ, ਰਾਈਟ। ਸੋ ਉਹਨੇ ਕਿਹਾ ਕਿ ਉਹ IIT ਦਾ ਹੀ ਬੰਦਾ ਸੀ ਕਿ 50,000 ਤੋਂ ਮੇਰਾ ਪ੍ਰੋਜੈਕਟ ਜਿਹੜਾ ਸ਼ੁਰੂ ਹੋ ਜਾਣਾ ਹੈ। ਠੀਕ ਹੈ, ਸੋ ਇਟਸ ਟੋਟਲੀ ਓਕੇ, ਰਾਈਟ, ਵੀ ਕੈਨ ਸਟਾਰਟ ਵਿਦ 50,000। ਤੇ ਇਸ ਤਰ੍ਹਾਂ ਮਤਲਬ ਕਿ ਜਿਹੜੀ ਕੰਪਨੀ ਬਣੀ IT ਕੰਪਨੀ 130 EMPLOYEES ਦੀ, ਇਹ ਵੀ ਤਾਂ ਛੋਟੇ ਤੋਂ ਸ਼ੁਰੂ ਕੀਤਾ ਨਾ, 2 ਤੋਂ 3 EMPLOYE ਕੀਤੇ, 3 ਤੋਂ 4, 3 ਤੋਂ 6, ਇਦਾਂ ਗ੍ਰੈਜੂਅਲੀ ਗਰੋ ਕਰਨਾ, ਆਰਗੈਨਿਕ ਗਰੋ ਕਰਨਾ, ਉਹਦੇ 'ਚ ਮੈਨੂੰ ਜ਼ਿਆਦਾ ਇੰਟਰਸਟ ਹੈ। ਕੀ ਬਿਜ਼ਨਸ ਲੈਸਨਸ ਹੁੰਦੇ ਮੈਮ ਜੋ ਤੁਸੀਂ ਸਟੂਡੈਂਟਸ ਨੂੰ ਦੇਣਾ ਚਾਹੋਗੇ? ਸੋ ਵਨ ਥਿੰਗ ਇਜ਼ ਕਿ ਬਿਜ਼ਨਸ ਜਿਹੜਾ ਵਾ ਉਹ ਬਹੁਤ ਸੈਕਰੀਫਾਈਸ ਡਿਮਾਂਡ ਕਰਦਾ ਤੁਹਾਡੇ ਤੋਂ। ਠੀਕ ਹੈ, ਜੇ ਤੁਸੀਂ ਰੈਡੀ ਹੋ ਤਾਂ ਹੀ ਬਿਜ਼ਨਸ ਕਰੋ, ਨਹੀਂ ਤੇ ਯੂ ਸ਼ੁੱਡ ਡੈਫੀਨੇਟਲੀ ਗੋ ਫॉर ਜੌਬ। ਤੁਸੀਂ ਜੇ ਮੈਂਟਲੀ ਸਟਰੋਂਗ ਨਹੀਂ ਹੈਗੇ ਤੇ ਤੁਹਾਨੂੰ ਬਿਜ਼ਨਸ ਜਿਹੜਾ ਉਹ ਨਹੀਂ ਕਰਨਾ ਚਾਹੀਦਾ, ਕਿਉਂਕਿ ਬਿਜ਼ਨਸ ਜਿਹੜਾ ਵਾ ਉਹ ਮੈਂਟਲੀ ਸਟਰੋਂਗ ਹੋਣਾ ਉਹਦੇ ਲਈ ਬਹੁਤ ਜ਼ਰੂਰੀ ਆ। ਇੱਕ ਜ਼ਿੰਮੇਵਾਰੀ ਵਾਲਾ ਕੰਮ ਆ, ਜਿੱਥੇ ਤੁਸੀਂ ਜੇ 100 ਬੰਦੇ ਵੀ ਰੱਖ ਲਏ, ਤੁਸੀਂ ਉਹਨਾਂ ਨੂੰ ਸੈਲਰੀ ਦੇਣੀ ਆ ਤੇ ਤੁਸੀਂ ਜਿਹੜਾ ਵਾ ਬਿਜ਼ਨਸ ਲੈ ਕੇ ਆਉਣਾ ਵਾ, ਰਾਈਟ। ਤੁਹਾਨੂੰ ਖੁਦ ਵੀ ਬਹੁਤ ਕੰਮ ਕਰਨਾ ਪਏਗਾ। ਇਹ ਨਹੀਂ ਕਿ ਤੁਸੀਂ ਬਿਜ਼ਨਸ ਖੋਲ ਲਿਆ ਤੇ ਹੁਣ ਆਈ ਐਮ ਫ੍ਰੀ, ਇੱਦਾਂ ਬਿਜ਼ਨਸ ਨਹੀਂ ਚੱਲਦੇ। ਇੱਦਾਂ ਉਹੀ ਚੱਲਦੇ ਜਿਹੜੇ ਲੈਗੇਸੀ ਬਿਜ਼ਨਸ ਹੁੰਦੇ ਆ, ਜਿਹੜੇ ਪਿਛਲੇ 50 ਸਾਲਾਂ ਤੋਂ ਜਿਹੜਾ ਉਹ ਚੱਲ ਰਿਹਾ, ਰਾਈਟ। ਸੋ ਤੁਹਾਨੂੰ ਗਟ ਫੀਲਿੰਗ ਸਟਰੋਂਗ ਹੋਣੀ ਚਾਹੀਦੀ ਹੈ ਕਿ ਵਾਟਸਐਵਰ ਆਈ ਐਮ ਡੂਇੰਗ, ਇਹਦਾ ਜਿਹੜਾ ਰਿਜ਼ਲਟ ਆਏਗਾ ਹੀ। ਕੰਸਿਸਟੈਂਸੀ ਚਾਹੀਦੀ ਆ, ਇਰਰਿਸਪੈਕਟਿਵ ਕਿ ਤੁਹਾਡੇ ਕੋਲ ਅੱਜ 50 ਬੰਦੇ ਆ ਤੇ ਵਿੱਚੋਂ 49 ਛੱਡ ਗਏ ਤੁਹਾਨੂੰ, ਤੇ ਤੁਸੀਂ ਫਿਰ ਵੀ ਤੁਹਾਡੇ 'ਚ ਕੈਪੇਬਿਲਿਟੀ ਹੋਣੀ ਚਾਹੀਦੀ ਕਿ ਤੁਸੀਂ ਅੱਗੇ ਮੂਵ ਕਰੋ, right? And you can start with any idea and then you keep on doing course correction. ਉਹ 'ਚ correction ਕਰਦੇ ਜਾਓ, ਹੋ ਸਕਦਾ ਉਹ ਲੈਂਡ ਕਿਸੇ ਹੋਰ ਆਈਡੀਆ 'ਚ ਹੋ ਜੇ, ਠੀਕ ਹੈ, ਬਟ ਆਪਣਾ ਜਿਹੜਾ
ਆਈਡੀਆ ਆਫ ਐਂਟਰਪ੍ਰੀਨਿਓਰਸ਼ਿਪ ਆ, ਬਿਜ਼ਨਸ ਕਰਨ ਦਾ ਆਈਡੀਆ, ਉਹ ਨਹੀਂ ਬੰਦੇ ਨੂੰ ਛੱਡਣਾ ਚਾਹੀਦਾ। ਤੇ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਹਾਂ ਇੱਥੇ ਵਾਕਈ ਬਹੁਤ ਲਾਸ ਹੋ ਰਿਹਾ, ਯੂ ਸ਼ੁੱਡ ਕੱਟ ਡਾਊਨ ਦੈਟ ਆਰਮ। ਕਈ ਵਾਰੀ ਸਾਨੂੰ ਬਿਜ਼ਨਸ ਨਾਲ ਬਹੁਤ ਅਟੈਚਮੈਂਟ ਹੋ ਜਾਂਦੀ ਤੇ ਆਪਾਂ ਕਿੰਨੀ ਦੇਰ ਉਹਨੂੰ ਬੰਦ ਹੀ ਨਹੀਂ ਕਰਦੇ, ਉਹਦਾ ਜਿਹੜਾ ਵੇ ਆਫ ਡੂਇੰਗ ਬਿਜ਼ਨਸ ਜਿਹੜਾ ਆਪਾਂ ਚੇਂਜ ਹੀ ਨਹੀਂ ਕਰਦੇ। ਫੋਰ ਐਗਜ਼ਾਮਪਲ ਪੇਟੀਐਮ ਹੀ ਲੈ ਲਓ, ਜੇ ਸਾਰੀ ਉਮਰ ਰੀਚਾਰਜ ਹੀ ਕਰਦਾ ਰਹਿੰਦਾ ਤੇ ਇੱਥੇ ਪਹੁੰਚਦਾ ਨਾ, ਰਾਈਟ। ਸੋ ਉਹਨੇ ਵੀ ਕੋਰਸ ਕਰੈਕਸ਼ਨ ਕੀਤੀਆਂ, ਨਵੀਆਂ ਚੀਜ਼ਾਂ ਐਡ ਕੀਤੀਆਂ। ਸੋ ਉਹ ਚੀਜ਼ ਚਾਹੀਦੀ ਕਿ ਤੁਹਾਨੂੰ ਅਗਲੇ 3 ਮਹੀਨੇ 'ਚ ਆਪਾਂ ਨਵੀਂ ਇਨੋਵੇਸ਼ਨ ਕੀ ਕਰਨੀ ਹੈ ਉਹ ਰੈਡੀ ਹੋਣੀ ਚਾਹੀਦੀ ਤੁਹਾਡੇ 'ਚ, ਕਿ ਪ੍ਰੋਪਰ ਟੀਮ ਹੋਣੀ ਚਾਹੀਦੀ ਉਹਦੇ ਲਈ ਜੋ ਟੈਕਨੋਲੋਜੀ ਨੂੰ ਗ੍ਰੈਬ ਕਰਕੇ ਨਾਲ ਚੱਲੇ। ਹਾਂਜੀ ਠੀਕ ਹੈ। ਤੇ ਮੈਮ ਇੱਕ ਹੋਰ ਚੀਜ਼ ਲਾਈਕ ਸਟਾਰਟਿੰਗ ਦੇ ਡੇਜ਼ ਤੋਂ ਆਪਾਂ ਗੱਲ ਕਰੀਏ, ਦੇਖੋ ਚੰਗੀ ਗੱਲ ਤਾਰੀਫਾਂ ਸਭ ਕਰਦੇ ਨੇ, ਸੋ ਡੂ ਯੂ ਐਵਰ ਕ੍ਰਿਟਿਸਾਈਜ਼ਡ ਬਾਈ ਸਮਵਨ? ਹਾਂ, ਕ੍ਰਿਟਿਸਿਜ਼ਮ ਤੇ ਮੈਂ ਬਹੁਤ ਫੇਸ ਹੁਣ ਵੀ ਕਰਦੀ ਆ। ਕਿੱਦਾਂ ਦਾ ਕੋਈ ਦੱਸੋ, ਕੋਈ ਐਗਜ਼ਾਮਪਲ ਦਿਓ। ਲਾਈਕ ਬਹੁਤ ਸਾਰੇ ਤਰੀਕੇ ਦਾ ਕ੍ਰਿਟਿਸਿਜ਼ਮ ਹੈਗਾ ਹੈ। ਜ਼ਿਆਦਾ ਕੌਣ ਕਰਦੇ? ਰਿਲੇਟਿਵਸ, ਫੈਮਿਲੀ, ਫਰੈਂਡਸ, ਜਾਂ ਅਸੀਂ ਕਹਿ ਲਈਏ ਕੁਝ ਅਨਨੋਨਸ ਜਾਂ ਕੋਈ ਹਾਈ ਲੈਵਲ ਲੋਕ ਜਿਹੜੇ ਕੰਪੀਟੀਸ਼ਨ? ਹਾਂ, ਅਨਨੋਨ ਬਹੁਤ ਜ਼ਿਆਦਾ ਹੈ ਤੇ ਹਰ ਇੱਕ ਨੂੰ ਇਹ ਲੱਗਦਾ ਕਿ ਜਦੋਂ ਅਸੀਂ ਇੰਨੇ ਪਪੂਲਰ ਹੋ ਜਾਂਦੇ ਕਿ ਪਤਾ ਨਹੀਂ ਅਸੀਂ ਕਿੰਨੇ ਕੁ ਰਿਚ ਆ, ਕਿੰਨਾ ਕੁ ਸਾਡੇ ਕੋਲ ਕੀ ਆ, ਤੇ ਪਤਾ ਨਹੀਂ ਕਿੰਨਾ ਕੁ ਅਸੀਂ ਕਿੱਥੋਂ ਗ੍ਰੈਬ ਕਰਕੇ ਇਕੱਠਾ ਕਰ ਲਿਆ। ਹਾਲਾਂਕਿ ਜਿਵੇਂ ਆ ਬਿਲਡਿੰਗ ਦੀ ਐਗਜ਼ਾਮਪਲ ਲਗਾ ਲਓ, ਐਵਰੀਬਡੀ ਫੀਲਸ ਕਿ ਬਿਲਡਿੰਗ ਬਣਾ ਲਈ ਮਨਦੀਪ ਨੇ, ਮਨਦੀਪ ਕੋ ਬਹੁਤ ਕੁਛ ਆ। ਇਹ ਨਹੀਂ ਪਤਾ ਕਿ ਬਿਲਡਿੰਗ ਜਿਹੜੀ ਉਹ ਰੈਂਟ ਤੇ ਆ, ਕਈ ਵਾਰੀ ਉਹ ਮਹੀਨਾ ਰੈਂਟ ਲੇਟ ਵੀ ਹੋ ਜਾਂਦਾ ਸਾਡਾ। ਹਾਂ, ਸੋ ਇਟਸ ਲਾਈਕ ਕਿ ਰਿਐਲਿਟੀ ਹੋਰ ਹੁੰਦੀ ਹੈ ਤੇ ਲੋਕ ਕੁਝ ਹੋਰ ਸਮਝਦੇ ਆ, ਹਨਾ। ਮੈਂ ਸਾਰਾ ਜੋ ਵੀ ਮੇਰੇ ਕੋਲ ਅੱਜ ਤੱਕ ਹੈਗਾ ਸੀ, ਮੈਂ ਹਰ ਚੀਜ਼ ਜਿਹੜੀ ਬੈਂਕ ਨੂੰ ਮੌਰਗੇਜ ਕੀਤੀ ਹੋਈ। ਮੇਰੇ ਕੋਲ 3 ਹੀ ਜਗ੍ਹਾ ਹੈਗੀਆਂ, ਮੇਰਾ ਘਰ, ਮੇਰੇ ਪਾਪਾ ਦੀ ਚੱਕੀ ਤੇ ਇੱਕ ਮੇਰੇ ਕੋਲ ਪਲਾਟ ਸੀ। 3 ਚੀਜ਼ਾਂ ਬੈਂਕ ਨੂੰ ਦੇ ਕੇ ਫਿਰ ਲੋਨ ਲੈ ਕੇ ਕੰਪਨੀ ਜਿਹੜੀ ਮੈਂ ਚਲਾਈ ਆ। ਸੋ ਪਰ ਇਹ ਚੀਜ਼ ਕਿਸੇ ਨੂੰ ਬਹੁਤ ਰੇਅਰ ਪਤਾ ਹੈ। ਹਾਂਜੀ, ਪਰ ਉਹੀ ਕਿ ਹਰ ਇੱਕ ਨੂੰ ਜਿਹੜਾ ਗੁੱਡ ਹੀ ਦਿਖਦਾ, ਜਿਹੜਾ ਉਹ ਪਿੱਛੇ ਹੰਡਾ ਰਿਹਾ ਹੁੰਦਾ ਉਹ ਕਿਸੇ ਨੂੰ ਜਿਹੜਾ ਨਹੀਂ ਦੇਖਦਾ। ਰਿਐਲਿਟੀ 'ਚ ਕੁਝ ਮਿਹਨਤ ਲੱਗ ਰਹੀ ਹੈ। ਸੋ ਇਹ ਮੇਰੀ ਮਿਹਨਤ ਨਹੀਂ ਲੱਗਦੀ, ਹਰ ਇੱਕ ਦੀ ਸੇਮ ਸਟੋਰੀ ਹੁੰਦੀ ਆ। ਲੋਕ ਬਹੁਤ ਸੈਕਰੀਫਾਈਸ ਕਰਕੇ, ਬੜਾ ਐਫਰਟ ਕਰਕੇ ਜਿਹੜਾ ਉੱਥੋਂ ਤੱਕ ਪਹੁੰਚੇ ਹੁੰਦੇ। ਜਿਵੇਂ ਕਿ ਜਦੋਂ ਅਸੀਂ ਟੌਪ ਕਰ ਜਾਂਦੇ ਹਾਂ ਤੇ ਲੋਕਾਂ ਨੂੰ ਲੱਗਦਾ ਕਿ ਇਹਦੀ ਕਿਸਮਤ ਤੇਜ਼ ਆ, ਇਹ ਟੌਪਰ ਬਣ ਗਈ ਆ, ਰਾਈਟ। ਬਟ ਇਹ ਨਹੀਂ ਦੇਖਦੇ ਕਿ 5 ਸਾਲ ਉਹਨੇ ਕਦੀ ਕੋਈ ਲੈਕਚਰ ਨਹੀਂ ਮਿਸ ਕੀਤਾ, ਕਦੀ ਛੁੱਟੀ ਨਹੀਂ ਕੀਤੀ ਕਾਲਜ ਤੋਂ, ਠੀਕ ਹੈ। ਉਹਦਾ ਜਿਹੜਾ ਹਾਰਡ ਵਰਕ ਹੁੰਦਾ ਵਾ ਉਹ ਹਮੇਸ਼ਾ ਹਿਡਨ ਰਹਿ ਜਾਂਦਾ। ਪਰ ਇਸ ਦੁਨੀਆ ਦੇ ਵਿੱਚ ਅਸੀਂ ਪ੍ਰੂਫ ਕਰਨ ਤੇ ਆਏ ਨਹੀਂ ਆ। ਮੈਨੂੰ ਤੇ ਇਹ ਵੀ ਬਿਲਕੁਲ ਵੀ ਅੰਦਰੋਂ ਭੁੱਖ ਨਹੀਂ ਹੈਗੀ ਕਿ ਮੈਨੂੰ ਕੋਈ ਚੰਗਾ ਕਵੇ, ਠੀਕ ਹੈ। ਸੋ ਮੇਰੇ ਪਾਪਾ ਕਹਿੰਦੇ ਹੁੰਦੇ ਕਿ ਜਦੋਂ ਕੋਈ ਬੁਰਾ ਕਹਿੰਦਾ ਨਾ, ਉਹਨੂੰ ਅੱਗੋਂ ਲਿਖੋ ਕਿ ਇਹ ਘੱਟ ਲਿਖਿਆ, ਤੁਸੀਂ ਹੋਰ ਲਿਖੋ, ਠੀਕ ਹੈ। ਸੋ ਅਕਸਰ ਤੁਸੀਂ ਮੇਰੇ ਫੇਸਬੁੱਕ ਤੇ ਦੇਖੋਗੇ, ਜਦੋਂ ਵੀ ਮੈਨੂੰ ਕੋਈ ਨੈਗੇਟਿਵ ਲਿਖਦਾ ਵਾ ਉਹਨੂੰ ਮੈਂ ਇਹੀ ਰਿਪਲਾਈ ਕਰਦੀ ਜੋ ਮੇਰੇ ਪਾਪਾ ਨੇ ਕਿਹਾ ਕਿ ਇਹ ਤੂੰ ਥੋੜਾ ਲਿਖਿਆ ਵਾ, ਤੁਸੀਂ ਥੋੜਾ ਹੋਰ ਲਿਖੋ, ਠੀਕ ਹੈ। ਸੋ ਮੈਂ ਕਈ ਵਾਰੀ ਬੜੀ ਹੈਰਾਨ ਹੁੰਨੀ ਕਿ ਇੰਨੀਆਂ ਪਿਆਰ ਨਾਲ ਪਾਲੀਆਂ ਹੋਈਆਂ ਧੀਆਂ, ਇੰਨੇ ਅੱਛੀਆਂ ਆਪਣੀ ਇੰਨੀ ਮਿਹਨਤ ਕਰਕੇ ਜਿਹੜੇ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਬਣਾਇਆ, ਲੋਕਾਂ ਦੀ ਕਿਵੇਂ ਹਿੰਮਤ ਪੈ ਜਾਂਦੀ ਉਹਨਾਂ ਨੂੰ ਗਲਤ ਬੋਲਣ ਦੀ, ਗਲਤ ਸ਼ਬਦ ਯੂਜ਼ ਕਰਨ ਦੀ। ਜਸਟ ਵਨ ਕਮੈਂਟ ਉਹਨਾਂ ਨੂੰ ਉਹਨਾਂ ਦੀ ਲਾਈਫ 'ਚ, ਮਤਲਬ ਮੈਂ ਆਈ ਐਮ ਅਮੇਜ਼ਡ, ਆਈ ਐਮ ਸ਼ੌਕਡ ਬਾਈ ਦ ਕਰੇਜ ਪੀਪਲ ਸ਼ੋ ਕਿ ਕਿਸੇ ਔਰਤ ਨੂੰ ਵੀ, ਕਿਸੇ ਗਰਲ ਨੂੰ ਵੀ ਇੰਨਾ ਬੁਰਾ ਲਿਖ ਦਿੰਦੇ ਆ। ਤੇ ਉਹੀ ਗੱਲ ਆ ਕਿ ਉਹ ਚੀਜ਼ਾਂ ਸਾਨੂੰ ਸਟਰੋਂਗ ਹੀ ਕਰਦੀਆਂ। ਲੋਕ ਕੌਣ ਲਿਖਦੇ ਨੇ ਜੋ ਆਲਰੇਡੀ ਕੁਝ ਨਹੀਂ ਕਰ ਰਹੇ ਹੁੰਦੇ, ਜਾਂ ਕੰਪੀਟੀਸ਼ਨ ਹੈ ਕੋਈ? ਪਤਾ ਨਹੀਂ, ਮੈਨੂੰ ਤੇ ਆਪ ਨਹੀਂ ਪਤਾ। ਡੂ ਯੂ ਕੇਅਰ ਅਬਾਊਟ them ਕਿ ਯੂ ਜਸਟ ਲੀਵ ਇਟ? ਨਾ, ਵਿਦ ਟਾਈਮ ਯੂ ਬਿਕਮ ਲਾਈਕ ਦਿਸ ਕਿ ਯੂ ਡੋਂਟ ਕੇਅਰ ਐਨੀਮੋਰ। ਮੈਂ ਤੇ ਆਈ ਡੋਂਟ ਕੇਅਰ ਐਨੀਮੋਰ। ਮੈਨੂੰ ਕੋਈ ਫਰਕ ਨਹੀਂ ਪੈਂਦਾ। ਸਿਰਫ ਕੋਈ ਗਵਰਨਮੈਂਟ ਵੱਲੋਂ ਹੈਲਪ ਆਉਂਦੀ ਹੈ? ਫਰਕ ਮੈਨੂੰ ਸਿਰਫ ਉਦੋਂ ਪਏਗਾ ਜਦੋਂ ਮੇਰੇ ਮੰਮੀ ਪਾਪਾ ਕਹਿਣਗੇ ਕਿ ਯੂ ਆਰ ਨਾਟ ਰਾਈਟ। ਸੋ ਅਦਰਵਾਈਜ਼ ਮੈਨੂੰ ਫਰਕ ਨਹੀਂ ਪੈਂਦਾ ਕੋਈ। ਓਕੇ ਮੈਮ, ਗਵਰਨਮੈਂਟ ਵੱਲੋਂ ਕੁਝ ਹੈਲਪ ਆਉਂਦੀ ਹੈ? ਗਵਰਨਮੈਂਟ ਨੂੰ ਹਜੇ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਦੇ ਨਾਲ ਕਿ ਕੋਈ ਹੈਲਪ ਕਰੋ, ਬਿਕੋਜ਼ ਸਾਡਾ ਯੂਨੀਕ ਬਿਜ਼ਨਸ ਮਾਡਲ ਆ, ਅਸੀਂ ਪੰਜਾਬ ਦਾ ਨਾਮ ਬਹੁਤ ਰੋਸ਼ਨ ਕੀਤਾ। ਸੋ ਵਿਦ ਟਾਈਮ ਹੋ ਸਕਦਾ ਕਿ ਗਵਰਨਮੈਂਟ। ਮੈਮ ਰੀਸੈਂਟਲੀ ਆਈ ਗੋਟ ਟੂ ਨੋ ਦੈਟ ਪੰਜਾਬ ਗਵਰਨਮੈਂਟ ਸੇਇੰਗ ਦੈਟ ਦੇ ਵਿਲ ਪ੍ਰੋਵਾਈਡ ਗ੍ਰਾਂਟ ਟੂ ਥੀਸ ਕੰਪਨੀਜ਼, या कुछ स्टार्टअप्स इन्वेस्ट, कुछ IIM पंजाब करके कुछ है ना, इनोवेशन पंजाब, राइट? एंड आई थिंक यू आर पार्ट ऑफ इट, और अमृतसर फाउंडर्स। so I am no more part of it now. okay तो मैम कुछ ਉਹਨਾਂ ਵੱਲੋਂ ਹੈਲਪ ਹੈ ਕੁਝ ਅਜੇ ਅੱਗੇ ਕਦੀ ਮਿਲੀ ਹੈ? ਮੈਂ ਇੱਕ ਪ੍ਰੋਜੈਕਟ ਗਵਰਨਮੈਂਟ ਦਾ ਦੱਸ ਦਿੰਦੀ, ਇਨਵੈਸਟ ਪੰਜਾਬ ਕਰਕੇ ਹੈਗਾ ਸਟਾਰਟਅਪ ਪੰਜਾਬ ਜੀ, ਠੀਕ ਹੈ। ਸੋ ਉਹਦੇ ਵਿੱਚ ਮੈਨੂੰ 3 ਲੱਖ ਦੀ ਫੰਡਿੰਗ ਹੋਈ ਸੀ, ਠੀਕ ਹੈ। ਉਸ ਤੋਂ ਬਾਅਦ ਇੱਕ ਸਕੀਮ ਹੈਗੀ ਆ ਪ੍ਰਾਈਮ ਮਿਨਿਸਟਰ ਇੰਪਲੋਇਮੈਂਟ ਸਕੀਮ। ਉਹ ਫਿਰ ਜਦੋਂ ਅਸੀਂ ਆਪਣਾ ਟ੍ਰੇਨਿੰਗ ਸੈਂਟਰ ਖੋਲਿਆ, ਉਹਦੇ ਵਿੱਚ ਸਾਨੂੰ 16-17 ਲੱਖ ਦਾ ਲੋਨ ਹੋਇਆ, ਠੀਕ ਹੈ, ਜਿਹੜਾ ਕਿ ਅਸੀਂ ਰਿਟਰਨ ਵੀ ਕਰਨਾ।
ਠੀਕ ਹੈ, ਉਹਦੇ ਤੇ ਸਾਨੂੰ ਸਬਸਿਡੀ ਵੀ ਮਿਲਦੀ ਆ 30-35% ਦੀ। ਸੋ ਇਹ 2 ਸਕੀਮਸ ਮੈਂ ਹੁਣ ਤੱਕ ਅਵੇਲ ਕੀਤੀਆਂ। ਇਸ ਤੋਂ ਇਲਾਵਾ ਐਜ਼ ਅ IT ਕੰਪਨੀ ਜਿਹੜੀ ਆ, ਜਿਵੇਂ ਕਿ ਸਾਡੀ ਕਾਫੀ ਲਾਰਜ ਆਰਗੇਨਾਈਜੇਸ਼ਨ ਹੈ ਐਜ਼ ਕੰਪੇਅਰ ਟੂ ਦ ਸਕੀਮਸ ਐਂਡ ਲੋਨਸ ਵੀ ਨੋ, ਸਾਨੂੰ ਤੇ ਅੱਜ ਦੇ ਦਿਨ ਮਿਨੀਮਮ 2 ਕਰੋੜ ਦਾ ਲੋਨ ਚਾਹੀਦਾ ਹੋਣਾ ਜਿੱਥੇ ਅਸੀਂ ਖੜੇ ਆ, ਰਾਈਟ? ਰੀਅਲੀ? ਹਾਂਜੀ। ਸੋ ਇਟਸ ਲਾਈਕ ਕਿ ਅਜੇ ਤੱਕ ਮੇਰੇ ਕੋਲ ਕੋਈ ਅੱਛੀ ਹੈਲਪ ਜਾਂ ਕੋਈ ਸਟਰੋਂਗ ਹੈਂਡ ਮੇਰੇ ਹੱਥ 'ਚ ਜਾਂ ਸਕੀਮ ਨਹੀਂ ਮੇਰੇ ਨਜ਼ਰ 'ਚ ਆਈ। ਤੁਸੀਂ ਕਿਸੇ ਕੋਸ਼ਿਸ਼ ਕੀਤੀ ਕਿਸੇ ਨਾਲ? ਕੋਸ਼ਿਸ਼ ਕਰਕੇ ਨਾ ਟਾਈਮ ਬੜਾ ਵੇਸਟ ਹੁੰਦਾ ਕਈ ਵਾਰ। ਸੋ ਆਈ ਡੋਂਟ ਨੋ ਕਿ ਕੋਸ਼ਿਸ਼ ਜਿਹੜੀ ਆ ਉਹਦਾ ਰਸਤਾ ਕੀ ਹੋਵੇ। ਇਨਵੈਸਟਰਸ ਨਾਲ ਗੱਲ ਕਰਕੇ? ਹਾਂ, ਸੋ ਮੈਂ ਆਪਣੀ ਕੰਪਨੀ ਦਾ ਸ਼ੇਅਰ ਨਹੀਂ ਦੇਣਾ ਚਾਹੁੰਦੀ ਕਿਸੇ ਨੂੰ। ਯੂ ਦ ਓਨਲੀ ਫਾਊਂਡਰ ਇਨ? ਯੈਸ, ਆਈ ਐਮ ਦੀ ਓਨਲੀ ਫਾਊਂਡਰ ਐਂਡ ਇਨਵੈਸਟਰ ਮੈਂ ਕੋਈ ਨਹੀਂ ਲਿਆ ਹਜੇ ਤੱਕ। ਓਕੇ। ਕੋਈ ਮੈਂਟੋਰ ਹੈ ਤੁਹਾਡਾ, ਆਈਡਲ, ਕੁਝ ਨੂੰ ਮੰਨਦੇ ਹੋ ਕਿ? ਮੈਂਟੋਰ ਤੇ ਮੈਂ ਆਪਣੇ ਫਾਦਰ ਨੂੰ ਜ਼ਿਆਦਾ ਫੋਲੋ ਕਰਦੀ ਹਾਂ, ਬਿਕਾਜ਼ ਆਈ ਫੀਲ ਕਿ ਉਹ ਮੇਰੇ ਅੱਖਾਂ ਦੇ ਸਾਹਮਣੇ ਬਹੁਤ ਜਲਦੀ ਉੱਠਦੇ ਰੋਜ਼ ਸਵੇਰੇ। ਉਹ ਹੀ ਇਜ਼ ਵੈਰੀ ਹੰਬਲ, ਕਦੀ ਇਹਨੂੰ ਗੁੱਸਾ ਨਹੀਂ ਕਰਦੇ ਐਂਡ ਉਹਨਾਂ ਨੇ ਆਪਣੀ ਅਚੀਵਮੈਂਟ ਕਰਕੇ ਦਿਖਾਤੀ ਕਿ ਮਨਦੀਪ ਕੌਰ ਟਾਂਗਰਾ ਬਣਾਤੀ, ਜਿਹਨੂੰ ਉਹਨਾਂ ਨੇ ਪ੍ਰਾਈਮ ਮਿਨਿਸਟਰ ਤੱਕ ਪਹੁੰਚਾਤਾ, ਰਾਈਟ? ਸੋ ਆਈ ਥਿੰਕ ਹੀ ਇਜ਼ ਦੀ ਐਕਚੁਅਲ ਵਿਨਰ। ਜੋ ਉਹਨਾਂ ਨੇ ਆਪਣੀ ਲਾਈਫ 'ਚ ਅਚੀਵ ਕੀਤਾ ਉਹ ਮੈਂ ਵੀ ਹਜੇ ਜਿਹੜਾ ਨਹੀਂ ਕੀਤਾ। ਰੈਸਟ ਦੇਰ ਆਰ ਲੋਟ ਆਫ ਪੀਪਲ ਜਿਹੜੇ ਕਿ ਬਹੁਤ ਅੱਛੀਆਂ ਕੰਪਨੀਜ਼ 'ਚ ਕੰਮ ਕਰਦੇ ਨੇ, C-suite ਲੈਵਲ ਤੱਕ ਕੰਮ ਕਰ ਰਹੇ ਨੇ। ਕੋਈ CEO ਆ, ਕੋਈ CHRO ਆ, CFO ਆ। ਸੋ ਦੇਰ ਆਰ ਲੋਟ ਆਫ ਪੀਪਲ ਇਨ ਦ ਵਰਲਡ ਹੂ ਮੈਂਟੋਰ ਮੀ। ਮੈਨੂੰ ਮੇਰੀਆਂ ਅਲੱਗ-ਅਲੱਗ ਪ੍ਰੋਬਲਮ ਸੋਲਵ ਕਰਨ 'ਚ ਹੈਲਪ ਕਰਦੇ ਆ, ਕੰਪਨੀ ਸਿਚੁਏਸ਼ਨ ਉਹਨਾਂ ਨੂੰ ਦੱਸਦੀ ਹਾਂ ਤੇ ਅੱਗੋਂ ਆਨਸਰ ਵੀ ਕਰਦੇ ਆ। ਸੋ ਉਸੇ ਮਕਸਦ ਨਾਲ ਮੈਂ ਵੀ ਫਿਰ ਅੱਗੋਂ ਮੈਂਟਰ ਕਰਦੀ ਰਹਿੰਦੀ ਸਾਰਿਆਂ ਨੂੰ, ਰਾਈਟ? ਸੋ ਦੇਰ ਆਰ ਮੈਂਟੋਰਸ, ਲੋਟ ਆਫ ਮੈਂਟੋਰਸ। ਚਲੋ ਮੈਮ, ਕਦੇ ਜ਼ਰੂਰਤ ਪਈ ਸਾਨੂੰ ਤਾਂ ਤੁਸੀਂ ਸਾਨੂੰ ਦੱਸ ਦਿਓ। ਹਾਂ, ਹੈਲਪ ਚਾਹੀਦੀ ਜ਼ਰੂਰ। ਅੱਛਾ ਮੈਮ, ਕੋਈ ਓਪਰਚੁਨਿਟੀ ਅਗਰ ਤੁਹਾਡੇ ਇੱਥੇ ਸਟੂਡੈਂਟ ਨੂੰ ਮਿਲੇ ਜਾਂ ਕੋਈ ਤੁਹਾਡੇ EMPLOYE ਨੂੰ, ਤੇ ਵਿਲ ਯੂ ਪ੍ਰੈਫਰ ਕਿ ਤੁਸੀਂ ਜਾ ਸਕਦੇ ਹੋ ਅੱਗੇ? ਮਤਲਬ ਤੁਸੀਂ ਅੱਗੇ ਅਗਰ ਕਿਸੇ EMPLOYE ਨੂੰ ਬੈਟਰ ਓਪਰਚੁਨਿਟੀ ਮਿਲ ਰਹੀ ਹੈ ਬਾਹਰ ਜਾਣ ਜਾਂ ਬੈਂਗਲੌਰ ਵੇਅਰ ਐਵਰ, ਉਹਨਾਂ ਨੂੰ ਮੌਕਾ ਮਿਲੇ ਤੇ ਤੁਸੀਂ ਵਿਲ ਅਲਾਉ them? ਜਾਂਦੇ ਹੀ ਆ, ਮੈਂ ਤੇ ਅਲਾਉ ਨਹੀਂ ਕਰਦੀ, ਪਰ ਉਹਨਾਂ ਨੇ ਤੇ ਜਾਣਾ ਹੀ ਆ। ਆਈ ਕਾਂਟ ਕੰਟਰੋਲ them, ਤੇ ਜਾਣ ਜਿੰਨੇ ਜਾਣਾ, ਰਾਈਟ? ਸੋ ਬਟ ਇਹ ਮੈਂ ਜ਼ਰੂਰ ਕਹਿੰਦੀ ਹਾਂ ਕਿ ਇੱਥੇ ਮੈਂ ਇਹੀ ਸਾਰਾ ਦੁਨੀਆ ਦੇਖ ਕੇ ਫੇਰ ਹੀ ਖੋਲੀ ਆ ਕੰਪਨੀ। ਇਟ ਡਜ਼ਨਟ ਮੀਨ ਕਿ ਆਈ ਐਮ ਇਨ ਟਾਂਗਰਾ ਐਂਡ ਆਈ ਡੋਂਟ ਨੋ ਕਿ ਵਾਟ ਇਜ਼ ਹੈਪਨਿੰਗ ਇਨ ਬੈਂਗਲੌਰ, ਇਨ ਕੈਨੇਡਾ, ਇਨ US। ਆਫਟਰ reviewing everything, right, I have started the company here ਕਿ ਸਾਨੂੰ ਕਰਨਾ ਕੀ ਚਾਹੀਦਾ, ਠੀਕ ਹੈ? ਮੈਂ ਸੋਲੂਸ਼ਨ ਕੱਢਿਆ ਹੈ ਕਿ ਸਾਨੂੰ ਲੋਕਲ ਹੀ ਵਾਈਟ ਕਾਲਰ ਜੌਬ ਜਨਰੇਟ ਕਰਨੀ ਚਾਹੀਦੀ ਹੈ, ਟਰੈਵਲ ਕਰਨਾ ਚਾਹੀਦਾ ਹੈ, ਅਲੱਗ-ਅਲੱਗ ਕੰਟਰੀਜ਼ ਤੋਂ ਬਿਜ਼ਨਸ ਲੈ ਕੇ ਆਉਣਾ ਚਾਹੀਦਾ ਹੈ ਤੇ ਆਪਣੀ ਕਮਿਊਨਿਟੀ ਨਾਲ ਗਲੋਬਲੀ ਕਨੈਕਟ ਕਰਨਾ ਚਾਹੀਦਾ ਹੈ। ਆਪਣਾ ਜਿਹੜਾ ਪੰਜਾਬ ਆ ਇਹਦੀ ਇਕਨੋਮਿਕ ਸਟਰੈਂਥ ਜਿਹੜੀ ਵਧਾਉਣੀ ਚਾਹੀਦੀ ਹੈ, ਨਾ ਕਿ ਇੱਥੋਂ ਸਾਡੇ ਬੱਚੇ ਵੀ ਜਾਈ ਜਾਣ, ਇੱਥੋਂ ਪੈਸਾ ਵੀ ਜਾਈ ਜਾਏ, ਇੱਥੇ ਸਾਰਾ ਕੁਝ ਵਿਕੀ ਜਾਏ ਤੇ ਫਿਰ ਕੀ ਹੋਏਗਾ, ਰਾਈਟ? ਦੂਸਰੀਆਂ ਸਟੇਟਸ ਦੇ ਲੋਕ ਜਾਂ ਦੂਸਰੀਆਂ ਕੰਟਰੀਜ਼ ਦੇ ਲੋਕ ਇੱਥੇ ਆ ਕੇ ਸੈਟਲ ਹੋਣ ਲੱਗ ਪੈਣਗੇ, ਤੇ ਠੀਕ ਹੈ, ਉਹ ਇੱਥੇ ਆ ਕੇ ਚੀਜ਼ਾਂ ਖਰੀਦਣ ਲੱਗ ਪੈਣਗੇ, ਠੀਕ ਹੈ? ਉਹਨਾਂ ਦਾ ਰਾਜ ਹੋ ਜਾਏਗਾ ਸਾਡੇ ਪੰਜਾਬ ਦੇ ਦੁਬਾਰਾ ਲੈਂਡਸ ਬਾਈ ਕਰਨਗੇ ਇੱਥੇ ਆ ਕੇ। ਹਾਂਜੀ, ਹਾਂ। ਸੋ ਮੈਨੂੰ ਲੱਗਦਾ ਕਿ ਪੰਜਾਬ 'ਚ ਰਹਿ ਕੇ ਵੀ ਬੜਾ ਅਸੀਂ ਅਟਰੈਕਟ ਕਿਸ ਚੀਜ਼ ਤੋਂ ਹੁੰਦੇ ਹਾਂ ਬਾਹਰ? ਇਨਫਰਾਸਟ੍ਰਕਚਰ? ਹਾਂ, ਅਸੀਂ ਜਿਹੜੇ ਸਾਡੇ ਇੱਥੇ ਗਏ ਹੋਏ ਆ ਉਹਨਾਂ ਤੋਂ ਅਟਰੈਕਟ ਹੋ ਰਹੇ ਆ, ਠੀਕ ਹੈ ਨਾ? ਕਿਉਂ ਕੰਪੈਰੀਜ਼ਨ ਕਰਨਾ? ਸਾਡਾ ਬੱਚਾ ਇੱਥੇ, ਉਹ ਬੱਚਾ ਬਾਹਰ। ਆਈ ਥਿੰਕ ਕਿ ਫਰੀडम ਵੀ ਇੱਕ ਵਨ ਆਫ ਦਾ ਰੀਜ਼ਨ ਆ। ਹਰ ਇੱਕ ਨੂੰ ਲੱਗਦਾ ਕਿ ਮੈਨੂੰ ਕੋਈ ਬਿਗ ਰੀਜ਼ਨ, ਆਈ ਥਿੰਕ ਫਰੀडम। ਪੈਸੇ ਨਾਲੋਂ ਵੀ ਜ਼ਿਆਦਾ ਜਿਹੜਾ ਵਾ ਉਹ ਫਰੀडम ਜ਼ਿਆਦਾ, ਕਿ ਮੈਨੂੰ ਮੰਮੀ ਨਾ ਕੁਝ ਕਹਿਣ, ਮੈਨੂੰ ਪਾਪਾ ਨਾ ਕੁਝ ਕਹਿਣ ਤੇ ਮੈਨੂੰ ਪੂਰੀ ਜਿਹੜੀ ਆਜ਼ਾਦੀ ਮਿਲ ਜੇ, ਠੀਕ ਹੈ? ਬਟ ਸਭ ਤੋਂ ਜ਼ਿਆਦਾ ਆਜ਼ਾਦ ਅਸੀਂ ਆਪਣੇ ਪੇਰੈਂਟਸ ਦੇ ਕੋਲ ਹੀ ਹੁੰਦੇ ਆ, ਮੈਨੂੰ ਇਹ ਫੀਲ ਹੁੰਦਾ। ਤੇ ਕੁੜੀਆਂ ਲਈ ਕੀ ਮੈਮ ਕੋਈ ਸੁਜੈਸ਼ਨਸ? ਕੁੜੀਆਂ ਵੀ ਮੈਮ ਬਹੁਤ ਜਾ ਰਹੀਆਂ ਨੇ ਬਾਹਰ। ਹਾਂ, ਕੁੜੀਆਂ ਲਈ ਮੈਂ ਇਹ ਸੁਜੈਸ਼ਨ ਦਿੰਦੀ ਰਹਿੰਦੀ ਹਮੇਸ਼ਾ ਕਿ ਐਜੂਕੇਸ਼ਨ ਕੰਪਲੀਟ ਕਰੋ, ਠੀਕ ਹੈ? ਐਜੂਕੇਸ਼ਨ ਅਗਰ ਬਾਹਰ ਵੀ ਜਾਣਾ ਤੇ ਬਾਹਰ ਵੀ ਐਜੂਕੇਸ਼ਨ ਨਹੀਂ ਕਰੋ, ਸੇਮ ਫੀਲਡ 'ਚ, ਰਾਈਟ। ਬਟ ਇੱਥੇ ਐਜੂਕੇਸ਼ਨ ਬਹੁਤ ਬੈਟਰ ਹੈ, ਰਾਈਟ? ਇੱਥੇ ਅਸੀਂ ਇੱਕ ਬੜੇ ਫਾਰਮਲ ਵੇ ਨਾਲ ਪੜ੍ਹ ਰਹੇ ਹਾਂ, ਸਾਨੂੰ ਨਾਲ ਕੰਮ ਵੀ ਨਹੀਂ ਕਰਨਾ ਪੈ ਰਿਹਾ, ਠੀਕ ਹੈ? ਤੇ ਅਸੀਂ ਬਹੁਤ ਅੱਛੀ ਪੜ੍ਹਾਈ ਇੱਥੇ ਕਰ ਸਕਦੇ ਹਾਂ, ਇੱਥੇ ਡਾਕਟਰੇਟ ਤੱਕ ਕਰਕੇ ਅਸੀਂ ਕੈਨੇਡਾ ਫਿਰ ਜਾ ਸਕਦੇ ਹਾਂ, US ਜਾ ਸਕਦੇ ਹਾਂ, ਸਕਾਲਰਸ਼ਿਪਸ ਲੈ ਸਕਦੇ ਹਾਂ। ਬਟ ਵਾਈ ਟੂ ਲੀਵ ਦ ਸਟੱਡੀਜ਼ ਐਟ ਯੋਰ 12th ਸਟੈਂਡਰਡ ਤੇ ਅੱਗੋਂ ਅਸੀਂ ਕੁਝ ਕਰਨਾ ਹੀ ਨਹੀਂ, ਹੈ ਨਾ? ਅਸੀਂ ਆਪਣੇ ਆਪ ਨੂੰ ਖੁਦ ਹੀ ਲੇਬਰ ਟਾਈਪ ਬਣਾ ਰਹੇ ਹਾਂ, ਜਦੋਂ ਕਿ ਸਾਡੇ ਕੋਲ ਜ਼ਿੰਦਗੀ 'ਚ ਓਪਰਚੁਨਿਟੀ ਹੁੰਦੀ ਹੋਰ ਪੜ੍ਹਨ ਦੀ। ਸੋ ਦੁਬਾਰਾ ਨਾ ਪੜ੍ਹਿਆ ਨਹੀਂ ਜਾਂਦਾ, ਠੀਕ ਹੈ? ਸੋ ਜਿੰਨਾ ਮਰਜ਼ੀ ਅਸੀਂ ਕੋਸ਼ਿਸ਼ ਕਰੀਏ, ਇਟ ਇਜ਼ ਵੈਰੀ ਟਫ ਟੂ ਸਟਾਰਟ ਯੋਰ ਸਟੱਡੀਜ਼ ਅਗੇਨ। ਤੇ ਇੱਥੇ ਸਾਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜੀ ਉਹ ਸਭ ਦਾ ਰੋਲ ਚਾਹੀਦਾ ਕਿ ਪੇਰੈਂਟਸ ਦਾ ਵੀ, ਕਿ 12th ਤੋਂ ਬਾਅਦ ਆਪਣੇ ਬੱਚੇ ਨੂੰ ਐਡਮਿਸ਼ਨ ਦਿਵਾਉਣ, ਉਹਨਾਂ ਨੂੰ ਐਨਕਰੇਜ ਕਰਨ ਕਿ ਅਸੀਂ ਜਿਹੜਾ ਵਾ ਉਹ ਪੜ੍ਹਨਾ। ਥੋੜਾ ਜਿਹਾ ਇੱਥੇ ਪ੍ਰੈਕਟੀਕੈਲਿਟੀ ਥੋੜੀ ਸਿਖਾ ਕੇ ਅਗਰ
ਕਰਨ, ਹਾਂਜੀ ਹਾਂਜੀ ਹਾਂ ਕਿਉਂਕਿ ਬਾਹਰ ਜਾ ਕੇ ਟੀਨੇਜ ਬੱਚੇ ਸ਼ਾयद ਭਟਕ ਵੀ ਸਕਦੇ, ਹਾਂਜੀ ਹਾਂਜੀ ਕਿਉਂਕਿ ਕਾਫੀ ਪ੍ਰੋਬਲਮ ਦੇਖ ਰਹੀਆਂ ਨੇ, 80% ਭਟਕ ਹੀ ਰਹੇ ਆ ਬਾਹਰ, ਭਟਕ ਹੀ ਰਹੇ ਨੇ ਹਾਂ ਬਾਹਰ। ਭਟਕ ਹੀ ਰਹੇ ਨੇ। ਐਂਡ ਉਹ ਆਪਣੇ ਆਪ ਨੂੰ ਕਿਸ਼ਤਾਂ ਤੇ ਫੋਨ ਲੈ ਕੇ, ਕਿਸ਼ਤਾਂ ਤੇ ਕਾਰਾਂ ਲੈ ਕੇ, ਕਿਸ਼ਤਾਂ ਤੇ ਘਰ ਲੈ ਕੇ ਆਪਣੇ ਪੇਰੈਂਟਸ ਤੋਂ ਇਹਨੂੰ ਜ਼ਿਆਦਾ ਅਮੀਰ ਸਮਝਦੇ ਆ ਤੇ ਜਾਂ ਉਹਨਾਂ ਲੱਗਦਾ ਕਿ ਸਾਨੂੰ ਜ਼ਿਆਦਾ ਪਤਾ ਵਾ, ਠੀਕ ਹੈ। ਉੱਥੇ ਇੰਪਰੂਵ ਕਰਨ ਦੀ ਜ਼ਰੂਰਤ ਆ ਸਾਨੂੰ। ਪੇਰੈਂਟਸ ਦੇ ਨਾਲ ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ। ਜਦੋਂ ਸਮਝੋ ਕਿ ਮੈਂ MBA ਕਰ ਲਈ, ਠੀਕ ਆ, ਤੇ ਮੈਂ ਸੋਚਦੀ ਕਿ ਮੈਂ ਆਪਣੀ ਮੰਮਾ ਤੋਂ ਵਧੀਆ ਕਾਰ ਲੈਣੀ ਆ, ਆਪਣੇ ਮੰਮਾ ਤੋਂ ਵਧੀਆ ਸੂਟ ਲੈਣਾ ਵਾ, ਆਪਣੀ ਮੰਮਾ ਤੋਂ ਵਧੀਆ ਘਰ ਬਣਾਉਣਾ ਵਾ, ਆਪਣੇ ਪੇਰੈਂਟਸ ਨਾਲ ਹੀ ਅਸੀਂ ਜਿਹੜਾ ਵਾ ਸਾਡਾ ਆਪਣੇ ਘਰ ਨਾਲ ਹੀ ਘਰ ਹੀ ਕੰਪੈਰੀਜ਼ਨ ਚੱਲੀ ਜਾ ਰਿਹਾ। ਬੈਕ ਆਫ ਦਾ ਮਾਈਂਡ ਸਾਨੂੰ ਪਤਾ ਵੀ ਨਹੀਂ ਆ, ਸਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਇਹ ਚੀਜ਼ਾਂ ਚੱਲਦੀਆਂ ਕਿ ਜਿੱਦਾਂ ਜਿੱਥੇ ਅਸੀਂ ਖੜੇ ਆ ਇੱਥੋਂ ਹੀ ਸ਼ੁਰੂ ਕਰਨਾ। ਅਸੀਂ ਉੱਥੋਂ ਨਹੀਂ ਸ਼ੁਰੂ ਕਰਨਾ, ਅਸੀਂ ਪੜ੍ਹਾਈ ਕਰਨ ਤੋਂ ਬਾਅਦ ਜ਼ੀਰੋ ਤੋਂ ਸ਼ੁਰੂ ਕਰਨਾ। ਸਾਨੂੰ ਪਤਾ ਹੋਣਾ ਚਾਹੀਦਾ ਕਿ ਜਿੰਨਾ ਵੀ ਕੁਛ ਆ ਉਹ ਸਾਡੇ ਪੇਰੈਂਟਸ ਦਾ ਵਾ, ਠੀਕ ਹੈ। ਹੋ ਸਕਦਾ ਸਾਡੇ ਪੇਰੈਂਟਸ ਦੇ ਕੋਲ 15 ਲੱਖ ਵਾਲੀ ਕਾਰ ਹੋਵੇ, ਠੀਕ ਹੈ, ਪਰ ਸਾਨੂੰ ਕੀ ਪਤਾ 3 ਲੱਖ ਦੀ ਕਾਰ ਤੋਂ ਸ਼ੁਰੂ ਕਰਨਾ ਹੋਵੇ। ਸਾਡੇ ਮੰਮਾ ਹੋ ਸਕਦਾ 2000 ਦਾ ਸੂਟ ਪਾਉਂਦੇ ਹੋਣ, ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ 500 ਦਾ ਪਾ ਸਕਦੇ ਹਾਂ, ਠੀਕ ਹੈ। ਸੋ ਹੌਲੀ ਹੌਲੀ ਤੁਸੀਂ ਨਾਲ ਨਾਲ ਗਰੋ ਕਰਨਾ। ਪਰ ਜਦੋਂ ਅਸੀਂ ਸੋਚਦੇ ਕਿ ਅੱਛਾ ਸਾਡੇ ਘਰ i10 ਆ ਤੇ ਹੁਣ ਮੇਰੀ ਜੌਬ ਲੱਗ ਗਈ ਤੇ ਮੈਂ ਹੁਣ ਸਿੱਧਾ ਵਰਨਾ ਖਰੀਦਾਂਗੀ, ਠੀਕ ਹੈ, ਸੋ ਉੱਥੇ ਅਸੀਂ ਗਲਤ ਕਰਦੇ ਹਾਂ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ i10 ਹੈ ਤੇ ਮੈਂ ਇਸ ਤੋਂ ਥੱਲੇ ਤੋਂ ਸ਼ੁਰੂ ਕਰਨਾ ਹੈ, ਕਿਉਂਕਿ ਉਹਨਾਂ ਨੂੰ 30 ਸਾਲ ਲੱਗ ਗਏ ਉਹ ਚੀਜ਼ਾਂ ਬਣਾਉਂਦੇ, ਠੀਕ ਹੈ। ਤੇ ਅਸੀਂ ਚਾਹੁੰਦੇ ਕਿ ਮੇਰਾ ਤੇ 3 ਮਹੀਨੇ 'ਚ ਹੀ ਸਾਰਾ ਕੁਝ ਉੱਦਾਂ ਹੋ ਜੇ। ਸੋ ਉਹ 3 ਮਹੀਨੇ ਦੇ ਚੱਕਰ ਦੇ ਵਿੱਚ ਅਸੀਂ ਕੈਨੇਡਾ ਚਲ ਜਾਂਦੇ ਹਾਂ, US ਚਲ ਜਾਂਦੇ ਹਾਂ ਕਿ ਉੱਥੇ 3 ਮਹੀਨੇ ਵਿੱਚ ਜਾ ਕੇ ਨਾ ਇੰਨਾ ਕੁ ਚੀਜ਼ ਤੇ ਮਿਲ ਹੀ ਜਾਏਗੀ। ਉਸ ਤੋਂ ਬਾਅਦ ਜਿਹੜਾ ਅਸੀਂ ਕਿਸ਼ਤਾਂ 'ਚ ਫਸਦੇ ਹਾਂ ਉਹ 'ਚੋਂ ਅਸੀਂ ਕਦੀ ਵੀ ਨਹੀਂ ਨਿਕਲ ਸਕਦੇ। ਉਹਦੇ ਵਿੱਚੋਂ ਰੇਅਰ ਮਤਲਬ ਕਿ ਹਜ਼ਾਰਾਂ ਚੋਂ ਇੱਕ ਬੰਦਾ ਹੀ ਆ ਜਿਹੜਾ ਨਿਕਲ ਸਕਦਾ, ਤੇ ਜਿਹਨੂੰ ਅਸੀਂ ਨਾਮ ਦਿੱਤਾ ਰਿਵਰਸ ਮਾਈਗ੍ਰੇਸ਼ਨ ਦਾ, ਠੀਕ ਹੈ। ਜਿਹੜੇ ਲੋਕ ਕਿ ਇੱਥੇ ਵਾਪਸ ਆਏ ਨੇ, they are the most courageous Punjabis in the world, ਕਿ ਉਹਨਾਂ ਨੇ ਸਟੈਂਡ ਲਿਆ ਕਿ ਮੈਂ 10 ਸਾਲ ਕੈਨੇਡਾ ਰਿਹਾ, 10 ਸਾਲ ਅਮਰੀਕਾ ਰਿਹਾ, 20 ਸਾਲ ਰਿਹਾ, ਤੇ ਫਿਰ ਵੀ ਉਹਨਾਂ ਨੇ ਕਰੇਜ ਪੈਦਾ ਕੀਤਾ ਆਪਣੇ ਆਪ 'ਚ ਕਿ ਮੈਂ ਵਾਪਸ ਇੱਥੇ ਆਣਾ। ਹੁਣ ਤੱਕ ਕਿੰਨੇ ਕੇਸਿਸ ਆਏ ਨੇ ਰਿਵਰਸ ਇਮੀਗ੍ਰੇਸ਼ਨ? ਬਹੁਤ, ਰੋਜ਼ ਹੀ ਮੈਂ ਸੁਣਦੀ ਹਾਂ, ਬਹੁਤ ਸਾਰੇ ਕੇਸਿਸ ਹੋਣਗੇ। ਹਾਂਜੀ ਹਾਂ, ਪੰਜਾਬ ਦੇ ਵਿੱਚ ਬਹੁਤ ਸਾਰੇ ਕੇਸਿਸ ਨੇ ਰਿਵਰਸ ਮਾਈਗ੍ਰੇਸ਼ਨ ਦੇ, ਤੇ ਆਉਣ ਵਾਲੇ ਸਮੇਂ ਵਿੱਚ ਵੀ ਬਹੁਤ ਕੇਸਿਸ ਹੋਣਗੇ, ਕਿਉਂਕਿ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਮੈਂ ਆਪਣੇ 25 ਸਾਲ ਆਪਣੀ ਜਿਹੜੀ એનર્ਜੀ ਆ ਉਹ ਇੱਕ ਘਰ ਬਣਾਉਣ ਤੇ ਲਗਾ ਦੇਣੀ ਆ, ਤੇ ਇੱਥੇ ਤੇ ਘਰ ਬਣਿਆ ਪਿਆ। ਓਕੇ ਅਸੀਂ ਓਕੇ ਠੀਕ ਹੈ ਠੀਕ ਹੈ ਨਾ। 25 years I will work hard and then I will pay $2,500 $3,000 every month, right, for 25 years to have a home in Canada, ਠੀਕ ਹੈ। ਮੈਨੂੰ ਕੀ ਲੋੜ ਆ ਆਪਣੀ એનર્ਜੀ ਉੱਥੇ ਲਾਉਣ ਦੀ ਜਦੋਂ ਮੇਰੇ ਕੋਲ ਇੱਥੇ ਹੀ ਘਰ ਆ। ਮੈਂ ਉਹ ਵਾਲੀ એનર્ਜੀ ਇੱਥੇ ਬਿਜ਼ਨਸ ਸੈਟਅਪ ਕਰਨ ਤੇ ਲਗਾਉਂਗਾ, ਉਹ ਵਾਲੀ એનર્ਜੀ ਟਰੈਵਲ ਕਰਨ ਤੇ ਲਗਾਉਂਗਾ। Maybe we are attracted to materialistic things. ਹਾਂਜੀ ਹਾਂ, we are attracted towards freedom and culture, right, and of course materialistic things। ਪਰ ਤੁਸੀਂ ਮੈਨੂੰ ਦੱਸ ਦਿਓ ਕਿ ਪੰਜਾਬ 'ਚ ਕਿਹੜੀ ਗੱਡੀ ਦੀ ਕਮੀ ਹੈ ਕਿ ਜਿਹੜੀ ਅਸੀਂ ਨਹੀਂ ਲੈ ਸਕਦੇ, ਜਾਂ ਕੀ ਚੀਜ਼ ਨਹੀਂ ਹੈਗੀ, ਰਾਈਟ। ਸਾਡੇ 8 ਕਿਲੋਮੀਟਰ ਤੇ ਸਟਾਰਬਕਸ ਹੈ, ਠੀਕ ਹੈ। ਸਾਰਾ ਚ ਕੁਝ ਤੇ ਇੱਥੇ ਆ ਗਿਆ, ਜਾਂ ਤੇ ਉੱਥੇ ਕੁਝ ਡਿਫਰੈਂਟ ਚੱਲ ਰਿਹਾ ਹੋਵੇ ਤੇ ਫਿਰ ਮੈਂ ਸੋਚਾਂ, ਪਰ ਪਹਿਲਾਂ ਡਿਫਰੈਂਟ ਚੱਲ ਰਿਹਾ ਸੀ 10 ਸਾਲ ਪਹਿਲਾਂ, ਪਰ ਅੱਜ ਨਹੀਂ ਚੱਲ ਰਿਹਾ, ਅੱਜ ਨਹੀਂ ਚੱਲ ਰਿਹਾ, ਰਾਈਟ। ਅੱਜ ਤੇ ਆਪਾਂ ਬੈਸਟ ਆਫ ਦਾ ਰੈਸਟੋਰੈਂਟ ਜਦੋਂ ਜਾਂਦੇ ਆ, ਠੀਕ ਹੈ, ਲੋਕ ਸਾਨੂੰ ਰੈਕਗਨਾਈਜ਼ ਕਰਦੇ ਆ ਐਜ਼ ਅ ਸੈਲੀਬ੍ਰਿਟੀ, ਲੋਕ ਸਾਨੂੰ ਵੈਲਕਮ ਕਰਦੇ ਆ, ਟਿਮ ਹਾਰਟਨਸ 'ਚ ਵੈਲਕਮ ਕਰਦੇ ਆ, ਠੀਕ ਹੈ। ਤੇ ਫਿਰ ਅਸੀਂ ਉੱਥੇ ਜਾ ਕੇ ਕਿਉਂ ਉਹਨਾਂ ਦੇ ਨੋਰਮਲ ਜਿਹੜਾ ਕੰਮ ਕਰੀਏ, ਜਦੋਂ ਰੱਬ ਨੇ ਸਾਨੂੰ ਇਹੋ ਜਿਹੀ ਕੰਟਰੀ 'ਚ ਪੈਦਾ ਕੀਤਾ ਵਾ ਕਿ ਜਿੱਥੇ ਸਾਡੀ ਹਰ ਤਰ੍ਹਾਂ ਦੀ ਹੈਲਪ ਹੋ ਸਕਦੀ ਹੈ। ਇੱਥੇ ਇਲਿਟਰੇਟ ਲੋਕ ਵੀ ਨੇ, ਲਿਟਰੇਟ ਲੋਕ ਵੀ ਨੇ, ਛੋਟੇ ਤਬਕੇ ਦੇ ਵੀ ਨੇ, ਵੱਡੇ ਤਬਕੇ ਦੇ ਵੀ ਨੇ, ਹਰ ਕਿਸੇ ਲਈ ਰੱਬ ਨੇ ਕੰਮ ਬਣਾਇਆ ਹੋਇਆ ਕਿ ਹਾਂਜੀ ਵੀ ਤੁਸੀਂ ਜਿਹੜਾ ਵਾ ਹੈਲਪ ਲੈ ਕੇ ਜ਼ਿੰਦਗੀ 'ਚ ਅੱਗੇ ਵੱਧ ਸਕਦੇ ਹੋ, ਜਾਂ ਤੁਹਾਡੀ ਸਪੋਰਟ ਲਈ ਬਹੁਤ ਲੋਕ ਨੇ। ਜੇ ਤੁਸੀਂ ਇੱਥੇ ਰਹੋਗੇ ਤੇ ਕਿੰਨਿਆਂ ਦੀ ਜੌਬ ਜਨਰੇਟ ਹੋਏਗੀ। ਤੁਸੀਂ ਇੱਥੇ ਰਹੋਗੇ ਤੇ ਬੰਦਾ ਕੱਪੜੇ ਪ੍ਰੈਸ ਕਰਨ ਵਾਲੇ ਦੀ ਵੀ ਜੌਬ ਚੱਲਦੀ ਰਹੇਗੀ, ਸਫਾਈ ਕਰਨ ਵਾਲੇ ਦੀ ਵੀ ਜੌਬ ਚੱਲਦੀ ਰਹੇਗੀ, ਠੀਕ ਹੈ। ਹਰ ਇੱਕ ਜਿਹੜਾ ਬੰਦਾ ਤੁਹਾਡੇ ਨਾਲ ਜੁੜਿਆ, ਸਭ ਦੀ ਜੌਬ ਜਿਹੜੀ ਇੱਥੇ ਚੱਲਦੀ ਰਹੇਗੀ। ਤੁਸੀਂ ਇੱਕ ਜਾਣਾ ਨਹੀਂ ਉੱਥੋਂ ਜਾਂਦੇ, ਨਾਲ 60 ਬੰਦਿਆਂ ਦੀ ਨੌਕਰੀ ਵੀ ਲੈ ਜਾਂਦੇ ਜੀ ਉੱਥੇ, ਠੀਕ ਹੈ, ਜਿਨ੍ਹਾਂ ਨੇ ਤੁਹਾਡੇ ਤੇ ਡਿਪੈਂਡ ਹੋ ਕੇ ਇੱਥੇ ਅਰਨ ਕਰਨਾ ਸੀ, ਠੀਕ ਹੈ। ਸੋ ਇੱਕ ਬੰਦੇ ਨੂੰ ਮੈਨੇਜ ਕਰਨ ਤੇ ਵੀ ਬਹੁਤ ਜੌਬ ਜਨਰੇਟ ਹੁੰਦੀਆਂ। ਤੁਹਾਡਾ ਇੱਥੇ ਰਹਿਣਾ ਤੇ ਕੁਛ ਵੀ ਨਾ ਕਰਨਾ ਵੀ ਜਿਹੜਾ ਵਾ ਉਹ ਪੰਜਾਬ 'ਚ ਜੌਬ ਜਨਰੇਟ ਕਰ ਰਿਹਾ। ਅਗਰ ਇਹ ਸਕਸੈਸਫੁਲ ਹੁੰਦਾ ਹੈ ਰਿਵਰਸ ਮਾਈਗ੍ਰੇਸ਼ਨ, ਤੁਹਾਨੂੰ ਲੱਗਦਾ ਮੋਟਿਵ ਪੂਰਾ ਹੋ ਜਾਏਗਾ? ਦੇਖੋ, ਇਹ ਕਦੀ ਵੀ ਮੁਕੰਮਲ ਤੇ ਹੋ ਨਹੀਂ ਸਕਦਾ। ਇਟ ਇਜ਼ ਫੋਰਐਵਰ ਡਿਬੇਟੇਬਲ, ਰਾਈਟ। ਇਹਦਾ ਕੋਈ ਐਂਡ ਨਹੀਂ ਆ, ਦਿਸ ਇਜ਼ ਇਨਫਾਈਨਾਈਟ, ਲੜਾਈ ਚੱਲਦੀ ਰਹੇਗੀ। ਹਾਂ, ਇਟ ਇਜ਼ ਇਨਫਾਈਨਾਈਟ ਐਂਡ ਲੜਾਈ ਹੈ ਹੀ ਕੋਈ ਨਹੀਂ ਆ। ਇਟ ਇਜ਼ ਜਸਟ ਕਿ
ਤੁਸੀਂ ਅਪਣਾਉਣਾ ਹੈ ਕਿ ਕੀ ਸਕੂਲ ਆਫ ਥਾਟ ਅਪਣਾਉਣਾ ਹੈ, ਠੀਕ ਹੈ। ਅਸੀਂ ਤੇ ਲੋਕਾਂ ਦੀਆਂ ਪ੍ਰੋਬਲਮਸ ਦੇ ਵਿੱਚੋਂ, ਆਪਣੀਆਂ ਪ੍ਰੋਬਲਮਸ ਦੇ ਵਿੱਚੋਂ ਇਹ ਤੁਹਾਨੂੰ ਤੱਤ ਕੱਢ ਕੇ ਦਿੱਤਾ ਹੈ ਕਿ ਤੁਸੀਂ ਪੰਜਾਬ 'ਚ ਰਹਿ ਕੇ ਹੀ ਆਪਣੇ ਪੇਰੈਂਟਸ ਕੋਲ, ਆਪਣੀ ਫੈਮਿਲੀ ਕੋਲ ਰਹਿ ਕੇ ਜਿਹੜਾ ਵਾ ਗਰੋ ਕਰੋ, ਬਟ ਯੂ ਟਰੈਵਲ ਗਲੋਬਲੀ, ਯੂ ਨੋ ਇਵਨ ਤੁਸੀਂ ਰਾਈਟਰ ਵੀ ਹੋ ਤੇ ਤੁਸੀਂ ਕੀ ਨਹੀਂ ਕਰ ਸਕਦੇ, ਤੁਸੀਂ ਪੂਰੇ ਗਲੋਬਲੀ ਆਪਣੇ ਆਪ ਨੂੰ ਕਨੈਕਟ ਕਰ ਸਕਦੇ ਹੋ। ਆਪਣੀ ਬੁੱਕ ਜਿੱਥੇ ਮਰਜ਼ੀ ਭੇਜੋ, ਠੀਕ ਹੈ। ਇਵਨ ਪੜ੍ਹਨ ਵਾਸਤੇ ਆਪਣੇ ਬੱਚਿਆਂ ਨੂੰ ਜਿੱਥੇ ਮਰਜ਼ੀ ਭੇਜੋ, ਉਹਨਾਂ ਨੂੰ ਬਿਜ਼ਨਸ ਕਰਨ ਵਾਸਤੇ ਜਿੱਥੇ ਮਰਜ਼ੀ ਭੇਜੋ, ਪਰ ਇੱਥੋਂ ਸਾਰਾ ਕੁਝ ਵੇਚ ਕੇ ਨਾ ਜਾਓ, ਇੱਥੋਂ ਸਾਰਾ ਕੁਝ ਖਤਮ ਕਰਕੇ ਜਿਹੜਾ ਉਹ ਨਾ ਜਾਓ ਕਿ ਪਿੱਛੇ ਉਸ ਘਰ 'ਚ ਕੋਈ ਹੈ ਹੀ ਨਹੀਂ, ਰੂਟਸ ਖਤਮ ਕਰ, ਹਾਂ ਰੂਟਸ ਖਤਮ ਕਰਕੇ ਜਿਹੜਾ ਤੁਸੀਂ ਨਾ ਜਾਓ। ਪਰ ਕਲਚਰ ਤੋਂ ਬਿਨਾਂ ਬੱਚੇ ਦੀ ਕੋਈ ਪਹਿਚਾਣ ਨਹੀਂ ਹੈਗੀ। ਉਹਨੂੰ ਤੁਸੀਂ ਇੱਕ ਡਿਜ਼ਾਸਟਰਸ ਫਿਊਚਰ ਦੇ ਵਿੱਚ ਪਾਉਂਦੇ ਹੋ ਜਦੋਂ ਅੱਧੀ ਇੰਗਲਿਸ਼ ਤੇ ਅੱਧੀ ਪੰਜਾਬੀ ਬੋਲਣ ਵਾਲਾ ਇਨਸਾਨ ਅਗਲੀ ਪੀੜ੍ਹੀ ਤੇ ਗੋਰੇ ਪੈਦਾ ਹੋਏਗਾ ਨਾ, ਹਾਂ ਗੋਰਾ ਨਹੀਂ ਨਾ ਹੋਏਗਾ, ਇਹੀ ਤੇ ਪ੍ਰੋਬਲਮ ਆ। ਜੇ ਉੱਥੇ ਜਾ ਕੇ ਗੋਰੇ ਪੈਦਾ ਹੋਣ ਲੱਗ ਪਣ ਸਾਡੇ ਬੱਚੇ ਤੇ ਫਿਰ ਨਹੀਂ ਇੰਨੀ ਪ੍ਰੋਬਲਮ, ਉਹਦਾ ਸ਼ਕਲ ਫੋਰਐਵਰ ਇੰਡੀਅਨ ਹੀ ਰਹਿਣੀ ਸਾਡੇ ਬੱਚਿਆਂ ਦੀ, ਠੀਕ ਹੈ। ਲੋਕਾਂ ਨੇ ਇਹਨਾਂ ਨੂੰ ਅਲੱਗ ਨਜ਼ਰ ਨਾਲ ਹੀ ਦੇਖਣਾ ਵਾ, ਠੀਕ ਹੈ। ਅਸੀਂ ਬੱਚੇ ਦੀ ਸ਼ਕਲ ਨਹੀਂ ਚੇਂਜ ਕਰ ਸਕਦੇ, ਉਹ ਆਪ ਅਹਿਸਾਸ ਕਰੇਗਾ 30 ਸਾਲ ਬਾਅਦ ਕਿ ਆਈ ਐਮ ਆਫ ਸਮ ਅਦਰ ਕੰਟਰੀ, ਠੀਕ ਹੈ, ਵੇਅਰ ਇਜ਼ ਮਾਈ ਕਲਚਰ, ਠੀਕ ਹੈ। ਉੱਥੋਂ ਦਾ ਕਲਚਰ ਕੀ ਆ, ਉੱਥੇ ਕੀ ਹੁੰਦਾ, ਉਹ ਆਪ ਇੱਕ ਦਿਨ ਉੱਠ ਕੇ ਇੱਥੇ ਆਣਗੇ, ਲੱਭਣ ਕਿ ਅਸੀਂ ਕਿੱਥੋਂ origin ਹੋਏ ਆ। ਰਾਈਟ ਜਿਵੇਂ ਇੱਕ ਟਾਈਮ ਜਿਵੇਂ ਬੰਗਲਾਦੇਸ਼ੀਜ਼ ਇੰਡੀਅਨਸ ਚ ਆਏ ਜਾਂ ਪਾਕਿਸਤਾਨੀ ਗਏ, ਸੋ ਦੇ ਲੁੱਕ ਫਾਰਵਰਡ ਕਿ ਅਸੀਂ ਕਿੱਥੋਂ ਸੀ originated, ਕਿੱਥੋਂ ਸਾਡੀ ਕਲਚਰ ਕਿੱਥੋਂ ਹੈ, ਠੀਕ ਹੈ। ਮੈਮ ਵੂਮਨ ਐਂਟਰਪ੍ਰੀਨਿਓਰਸ਼ਿਪ ਉੱਤੇ ਕੁਝ ਹੈ ਤੁਹਾਡੇ ਵਿਊਜ਼? ਹਾਂਜੀ, ਵੂਮਨ ਬਹੁਤ ਅੱਛਾ ਕਰ ਰਹੀਆਂ ਨੇ ਹੁਣ, ਬਹੁਤ ਸਾਰੇ ਵੂਮਨ ਐਮਪਾਵਰਮੈਂਟ ਤੇ ਕੁਝ ਬਹੁਤ ਸਕਸੈਸਫੁਲ ਐਗਜ਼ਾਮਪਲਸ ਨੇ, ਤੇ ਵੂਮਨ ਨੂੰ ਵੀ ਅੱਗੇ ਆਉਣ ਦੀ ਬੜੀ ਲੋੜ ਆ। ਕਿੰਨੇ ਵੂਮਨ ਆ ਜਿਹੜੀਆਂ ਸਕਸੈਸਫੁਲ ਸੈਲੂਨ ਚਲਾ ਰਹੀਆਂ ਨੇ, ਬੁਟੀਕਸ ਚਲਾ ਰਹੀਆਂ ਨੇ, ਆਨਲਾਈਨ ਇੰਨਾ ਬਿਜ਼ਨਸ ਕਰ ਰਹੀਆਂ ਨੇ, ਰਾਈਟ। ਸੋ ਉਹਨਾਂ ਨੇ ਵੀ ਇੱਕ ਚੰਗੀ ਡਾਇਰੈਕਸ਼ਨ ਹੌਲੀ ਹੌਲੀ ਆਪਣੇ ਆਪ ਨੂੰ ਦੇ ਲਈ ਆ। ਘਰੇ ਬੈਠ ਕੇ ਬੇਕਿੰਗ ਇੰਡਸਟਰੀ ਕਿੰਨੀ ਅੱਗੇ ਚੱਲ ਗਈ ਆ, ਹਰ ਵੂਮਨ ਨੂੰ ਕੇਕ ਬਣਾਉਣਾ ਆਉਂਦਾ ਵਾ। ਸੋ ਵੂਮਨ ਆਰ ਇਨਫਲੂਐਂਸਰਸ ਬਣ ਗਏ ਨੇ, ਹਾਂਜੀ ਇਨਫਲੂਐਂਸਰ ਬਣ ਗਏ। ਤੁਸੀਂ ਵੀ ਇਨਫਲੂਐਂਸਰ ਹੋ ਕਾਈਂਡ ਆਫ। ਮੈਂ ਤੇ ਚਲੋ ਹੈ ਹੀ ਸ਼ੁਰੂ ਤੋਂ ਹੀ ਬਿਜ਼ਨਸ ਵੂਮਨ ਆ, ਉਨੀ ਕਰੇਜੀਅਸ ਆ, ਪਰ ਜਿੰਨਾ ਚ ਕਰੇਜ ਨਹੀਂ ਵੀ ਸੀ ਉਹਨਾਂ ਨੇ ਵੀ ਆਪਣੇ ਆਪ ਨੂੰ ਜਿਹੜਾ ਵਾ ਇੰਪਰੂਵ ਕੀਤਾ, ਤੇ ਵਿਚ ਇਜ਼ ਵੈਰੀ ਗੁੱਡ। ਬਟ ਇਹ ਮੈਂ ਰਿਕੁਐਸਟ ਕਰਾਂਗੀ ਕਿ ਤੁਸੀਂ ਘਰਦਿਆਂ ਤੋਂ ਦੂਰ ਹੋਣ ਲਈ ਜਾਂ ਫਿਰ ਇੱਥੋਂ ਦੇ ਕਲਚਰ ਤੋਂ ਦੂਰ ਹੋਣ ਲਈ ਜਿਹੜਾ ਵਾ ਉਹ ਬਾਹਰ ਕਦੀ ਨਾ ਜਾਓ। ਤੁਹਾਨੂੰ ਜੇ ਲੱਗਦਾ ਹੈ ਕਿ ਬਾਹਰ ਜਾ ਕੇ ਤੁਸੀਂ ਕੁਝ ਸਪੈਸ਼ਲ ਅਰਨਿੰਗ ਕਰ ਸਕਦੇ ਹੋ ਜਾਂ ਕੋਈ ਖਾਸ ਪੜ੍ਹਾਈ ਕਰ ਸਕਦੇ ਹੋ, ਤੇ ਦੈਨ ਯੂ ਕੈਨ ਚੂਜ਼, ਪਰ ਇਸ ਤੋਂ ਵਧੀਆ ਕਲਚਰ ਜਿਹੜਾ ਸਾਨੂੰ ਕਿਤੇ ਨਹੀਂ ਮਿਲਣਾ ਹੈਗਾ। ਮੈਮ ਤੁਸੀਂ EMPLOYER ਸਟ੍ਰਿਕਟ ਹੋ ਜਾਂ ਬਹੁਤ ਨਾਰਮਲ ਹੋ? ਦੁਬਾਰਾ ਪੁੱਛੋ। ਸਟ੍ਰਿਕਟ ਹੋ ਜਾਂ ਫਿਰ ਬਹੁਤ ਨਾਰਮਲੀ ਟ੍ਰੀਟ ਕਰਦੇ ਹੋ? ਹਾਂ, ਸੋ ਮੈਂ, ਕੁਝ ਬੌਸਸ ਬਹੁਤ ਸਟ੍ਰਿਕਟ ਹੁੰਦੇ ਨੇ। ਹਾਂ, ਮੈਂ 99 ਟਾਈਮਸ ਸੌਫਟ ਆ ਤੇ 1 ਟਾਈਮ ਸਟ੍ਰਿਕਟ ਆ, ਠੀਕ ਹੈ। ਇੱਕ ਹੀ ਵਾਰੀ ਤੁਸੀਂ ਵਾਟ ਲਗਾ ਦਿੱਤੀ। ਹਾਂ, ਬਸ ਇਦਾਂ ਦਾ ਮੇਰਾ ਨੇਚਰ ਹੈ। ਬਟ you have to play different roles. ਤੁਸੀਂ ਜੇ CEO ਆਫ ਦਾ ਕੰਪਨੀ, ਜੇ ਤੁਹਾਨੂੰ ਆਪਣੇ ਰੋਲ ਲਈ ਪੂਰਾ ਜਸਟਿਸ ਕਰਨਾ ਪਏਗਾ ਰੋਲ ਨਾਲ, ਤੁਹਾਨੂੰ ਓਨੈਸਟ ਹੋਣਾ ਪਏਗਾ ਆਪਣੇ ਰੋਲ ਨਾਲ। ਤੇ ਕਈ ਵਾਰੀ ਅਸੀਂ ਪਰਸਨਲੀ ਸਮਝੋ ਕੋਈ ਕੈਂਸਰ ਪੇਸ਼ੈਂਟ ਆ, ਉਹਦੀ ਹੈਲਪ ਵੀ ਕਰਦੇ ਆ, ਠੀਕ ਹੈ। ਆਪਣੇ ਫਰੈਂਡਸ ਨੂੰ ਵੀ ਕਹਿੰਦੇ ਕਿ ਹੈਲਪ ਕਰ ਦਿਓ, ਠੀਕ ਹੈ। ਬਟ ਜੇ ਸਾਨੂੰ ਲੱਗਦਾ ਹੈ ਕਿ ਹਾਂਜੀ ਕਿ ਇਹ 2 ਬੱਚੇ ਆ, ਇਹ 3 ਮਹੀਨੇ ਨਹੀਂ ਆ ਸਕਦੇ, ਠੀਕ ਹੈ, ਤੇ ਸਾਨੂੰ ਉਹਨਾਂ ਨੂੰ ਜਾਣ ਲਈ ਕਹਿਣਾ ਵੀ ਪੈ ਸਕਦਾ ਵਾ, ਬਿਕੋਜ਼ ਉਹਦੇ ਨਾਲ ਕੰਪਨੀ ਦਾ ਲਾਸ ਹੋ ਰਿਹਾ ਹੁੰਦਾ, ਰਾਈਟ। ਸੋ ਹਰ ਵਾਰ ਅਸੀਂ ਸੌਫਟ ਨਹੀਂ ਹੋ ਸਕਦੇ ਬਿਜ਼ਨਸ 'ਚ। ਜੋ ਬੱਚੇ ਦੀ ਪਰਫਾਰਮੈਂਸ ਹੀ ਨਹੀਂ ਵਧੀਆ ਹੋਏਗੀ ਤੇ ਆਪਾਂ ਉਹਨੂੰ ਸਮਝੋ ਰੱਖ ਵੀ ਲਿਆ ਕਿ ਚਲੋ ਕੋਈ ਗੱਲ ਨਹੀਂ, ਤੁਹਾਨੂੰ ਅਸੀਂ ਸਿਖਾ ਦਾਂਗੇ, ਠੀਕ ਹੈ। ਫਿਰ ਬਾਕੀ ਬੱਚੇ ਮਹਿਸੂਸ ਕਰਨਗੇ ਕਿ ਇਹਨੂੰ ਜ਼ਿਆਦਾ ਸੈਲਰੀ ਕਿਉਂ ਮਿਲ ਰਹੀ ਆ, ਜਾਂ ਫਿਰ ਇਹ ਤੇ ਕੰਮ ਵੀ ਨਹੀਂ ਕਰ ਰਿਹਾ ਤੇ ਤਾਂ ਵੀ ਇਹਨੂੰ ਰੱਖਿਆ ਹੋਇਆ ਵਾ। ਸੋ ਬਾਕੀਆਂ ਤੇ ਅਸਰ ਜਿਹੜਾ ਉਹ ਖਰਾਬ ਪੈਂਦਾ। ਸੋ ਇਟਸ ਲਾਈਕ ਕਿ ਬਿਜ਼ਨਸ ਦੇ ਵਿੱਚ ਸਾਨੂੰ ਬਿਜ਼ਨਸ ਵਾਂਗੂ ਹੀ ਚੱਲਣਾ ਪੈਂਦਾ ਹੈ, ਤੇ ਪਰਸਨਲ ਲਾਈਫ ਜਾਂ ਪਰਸਨਲ ਜਿਹੜੀ ਸਾਡੀ ਪਰਸਨੈਲਿਟੀ ਹੁੰਦੀ ਹੈ, ਇਟ ਇਜ਼ ਟੋਟਲੀ ਅ ਡਿਫਰੈਂਟ ਪਰਸਨੈਲਿਟੀ। ਬਟ ਇਨ you have to play right roles. So how do you manage your personal duties and professional duties, the family duties के लिए पा? ਹਾਂਜੀ, ਸੋ time ਦੇ ਬੜੀ ਲਵਿੰਗ ਫੈਮਿਲੀ ਆ, ਸਾਰੇ ਬਹੁਤ ਜ਼ਿਆਦਾ ਪਿਆਰ ਕਰਦੇ ਆ। ਸੋ ਵੀ ਆਰ ਅ ਵੈਰੀ ਕਲੋਜ਼ ਨਿਟਡ ਫੈਮਿਲੀ, ਤੇ ਮੇਰੇ ਮੰਮੀ ਪਾਪਾ, ਮੇਰਾ ਬ੍ਰਦਰ ਬਹੁਤ ਜ਼ਿਆਦਾ ਪਿਆਰ ਹੀ ਨਹੀਂ ਕਰਦੇ, ਰਿਸਪੈਕਟ ਵੀ ਬਹੁਤ ਕਰਦੇ ਮੇਰੀ। ਤੇ ਅਸੀਂ ਵੀ ਇੰਜੋਏ ਅ ਲੋਟ, ਅਸੀਂ ਕਾਫੀ ਡਿਸਕਸ਼ਨਸ ਵੀ ਇਕੱਠੇ ਕਰਦੇ ਆ। ਪ੍ਰਾਊਡ ਕਿ ਸਾਡੀ ਬੇਟੀ ਹਾਂ, ਦੇ ਆਰ ਵੈਰੀ ਪ੍ਰਾਊਡ ਆਫ ਮੀ। ਬਟ ਕਿਤੇ ਨਾ ਕਿਤੇ ਉਹਨਾਂ ਨੂੰ ਆਰਾਮ ਦੀ ਜ਼ਿੰਦਗੀ ਚਾਹੀਦੀ ਸੀ, ਪਰ ਉਹਨਾਂ ਨੂੰ ਮੇਰੇ ਕਰਕੇ ਵੀ ਹੁਣ ਮਿਹਨਤ ਬੜੀ ਕਰਨੀ ਪੈਂਦੀ, ਮੈਨੂੰ ਮੈਨੇਜ ਕਰਨਾ ਪੈਂਦਾ, ਮੇਰੇ ਬਿਜ਼ਨਸ 'ਚ ਹੈਲਪ ਕਰਨੀ ਪੈਂਦੀ ਆ।
ਬਟ ਆਈ ਥਿੰਕ ਇਟ ਇਜ਼ ਵਰਥ ਇਟ। ਜਿੰਨਾ ਤੁਸੀਂ ਬਿਜ਼ੀ ਰਹਿੰਦੇ ਹੋ ਉਨੀ ਤੁਹਾਡੀ ਉਮਰ ਜ਼ਿਆਦਾ ਲੰਬੀ ਹੁੰਦੀ ਹੈ, ਤੁਹਾਡਾ ਮਾਈਂਡ ਜਿਹੜਾ ਉਹ engaged ਹੁੰਦਾ ਹੈ, ਠੀਕ ਹੈ। ਜਿੰਨਾ ਤੁਸੀਂ ਫ੍ਰੀ ਰਹੋਗੇ ਤੁਸੀਂ ਡਲ ਹੁੰਦੇ ਜਾਓਗੇ। ਸੋ ਆਈ ਐਮ ਹੈਪੀ ਕਿ ਮੈਂ ਆਪਣੀ ਮੰਮੀ ਨੂੰ, ਪਾਪਾ ਨੂੰ, ਆਪਣੇ ਬ੍ਰਦਰ ਨੂੰ ਪੂਰਾ ਆਪਣੇ ਨਾਲ ਜਿਹੜਾ ਉਹ ਬਿਜ਼ੀ ਰੱਖਿਆ ਤੇ ਕਿਰਤ ਕਮਾਈ ਕਰ ਰਹੇ ਸੀ। ਡੋਂਟ ਯੂ ਐਵਰ ਥॉट ਕਿ ਕੋਈ ਕੋ-ਫਾਊਂਡਰ ਵੀ ਹੋਣਾ ਚਾਹੀਦਾ? ਹਾਂ, ਕੋ-ਫਾਊਂਡਰ ਹੀ ਹੈ, ਮੇਰਾ ਬ੍ਰਦਰ ਆ ਐਂਡ ਮੇਰੇ ਜਿਹੜੇ EMPLOYEES ਆ ਉਹ ਵੀ ਬਹੁਤ ਪੁਰਾਣੇ ਨੇ ਐਂਡ ਦੇ ਆਰ ਆਲਸੋ ਡਾਇਰੈਕਟਰ ਇਨ ਦਾ ਕੰਪਨੀ। ਸੋ ਟੌਪ ਮੈਨੇਜਮੈਂਟ ਚ ਆ ਗਏ। ਹਾਂਜੀ ਹਾਂਜੀ ਹਾਂ। ਸੋ ਅਸੀਂ ਵੈਸੇ ਹੀ ਬੜੀ ਉੱਪਰ ਵਾਲੇ 15-20 ਜਾਣੇ ਬੜਾ ਫੈਮਿਲੀ ਵਾਂਗੂ ਹੀ ਰਹਿੰਦੇ ਆ। ਠੀਕ ਹੈ, ਹੁਣ ਅੱਗੇ ਕੀ ਪਲਾਨਸ ਹੈ ਇਸ ਨੂੰ ਥੋੜਾ ਗਰੋ ਕਰਨ ਲਈ? ਹਾਂਜੀ, ਅੱਗੇ ਮੇਰਾ ਇਹੀ ਪਲਾਨ ਹੈ ਕਿ ਆਈ ਵਿਲ ਕਮ ਅਪ ਕੁਝ ਨਵੀਂ ਚੀਜ਼ ਆਉਣ ਵਾਲੀ ਹੈ। ਹਾਂਜੀ, ਨਿਊ ਆਪਣੇ ਸੈਂਟਰਸ ਆਪਾਂ ਖੋਲਾਂਗੇ। ਆਲਰੇਡੀ ਅਸੀਂ ਮੋਹਾਲੀ 'ਚ ਖੋਲ ਚੁੱਕੇ ਹਾਂ, ਅੰਮ੍ਰਿਤਸਰ ਸਿਟੀ ਵਿੱਚ ਖੋਲਾਂਗੇ, ਬਠਿੰਡਾ ਦੇ ਵਿੱਚ, ਫਰੀਦਕੋਟ ਦੇ ਵਿੱਚ, ਮੁਕਤਸਰ ਦੇ ਵਿੱਚ। ਇਹ ਮੇਰੇ ਸਾਰੇ ਅਪਕਮਿੰਗ ਲੋਕੇਸ਼ਨਸ ਆ ਜਿੱਥੇ ਅਸੀਂ ਆਵਾਂਗੇ। ਐਂਡ ਮੋਹਾਲੀ ਅਸੀਂ ਆਲਰੇਡੀ ਆ ਚੁੱਕੇ ਹਾਂ, ਅਸੀਂ ਗੁੜਗਾਉਂ 'ਚ ਆਪਣਾ ਆਫਿਸ ਬਣਾਵਾਂਗੇ। ਸੋ ਵੀ ਹੈਵ ਲੋਟ ਆਫ ਪਲਾਨਸ ਤੇ ਕਰਾਂਗੇ ਅਸੀਂ ਇਹੀ ਜੋ ਅਸੀਂ ਆਲਰੇਡੀ ਕਰ ਰਹੇ। ਠੀਕ ਹੈ, ਠੀਕ ਹੈ ਮੈਮ, ਅਸੀਂ ਇੱਥੇ ਐਂਡ ਕਰਦੇ ਕਨਵਰਸੇਸ਼ਨ ਤੇ ਥੈਂਕ ਯੂ ਸੋ ਮਚ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੁਹਾਨੂੰ ਕਿੱਦਾਂ ਦਾ ਲੱਗਾ ਪੰਜਾਬੀ ਮੀਡੀਅਮ ਪੋਡਕਾਸਟ? ਅਸੀਂ ਰੀਸੈਂਟਲੀ ਸ਼ੁਰੂ ਕੀਤਾ। ਹਾਂ, ਸੋ ਬਹੁਤ ਵਧੀਆ, ਮੈਨੂੰ ਅੱਛਾ ਲੱਗਾ ਪੰਜਾਬੀ ਮੀਡੀਅਮ। ਐਂਡ ਮੈਂ ਦੇਖਿਆ ਕਿ ਕਾਫੀ ਫੇਮਸ ਜਾਂ ਕਾਫੀ ਨੋਨ ਚਿਹਰਿਆਂ ਦੀ ਤੁਸੀਂ ਇੰਟਰਵਿਊਜ਼ ਕੀਤੀਆਂ ਐਂਡ ਇੱਕ ਦੋ ਰਿਵਰਸ ਮਾਈਗ੍ਰੇਸ਼ਨ ਕੇਸ ਵੀ ਇੰਟਰਵਿਊ ਕਰੋ। ਐਂਡ ਅਵਿਨਾਸ਼ ਇਜ਼ ਰੀਅਲੀ ਡੂਇੰਗ ਵੈਲ ਐਜ਼ ਵੈਲ ਐਜ਼ ਹਿਸ ਟੀਮ ਤੇ ਆਲ ਦੀ ਬੈਸਟ। हम सब्सक्राइब करवा दो बड़े फिर। हाँ, so I request everybody फेसबुक पे फॉलोअर्स 1 मिलियन हो गए क्रॉस मेरे? Yes. मेरे 9 लाख कुछ। 980 समथिंग। हाँ, बहुत दिन नहीं रहे, पता नहीं क्यों। अच्छा, नहीं पोस्टिंग कर रहे हो रेगुलर? हाँ, I don't know। ठीक है, ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ। ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਪੰਜਾਬੀ ਮੀਡੀਅਮ ਨੂੰ ਤੇ ਅਵਿਨਾਸ਼ ਨੂੰ ਤੇ ਉਹਨਾਂ ਹੁਣੇ ਆਪਾਂ ਤੁਹਾਡੀ ਟੀਮ ਕੋ ਸਭ ਕੋ ਚੈਨਲ ਓਪਨ ਕਰਵਾ ਦੇਣਾ। ਹਾਂ ਹਾਂ ਠੀਕ ਹੈ। ਠੀਕ ਹੈ, ਥੈਂਕ ਯੂ ਮੈਮ।